ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਜੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਨੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਵਾਹਿਗੁਰੂ। 5-4 ਮਿੰਟ ਵਾਸਤੇ ਨੇਤਰ ਬੰਦ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਗੁਰਮੰਤਰ ਦੇ ਵਿੱਚ ਹਾਜ਼ਰੀ ਭਰੋ। ਬੜੇ ਪਿਆਰ ਵਿੱਚ ਮਨ ਸਤਿਗੁਰਾਂ ਦੇ ਚਰਨਾਂ ਵਿੱਚ, ਧਿਆਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਜੋ ਲਾਹਾ ਲੈਣ ਵਾਸਤੇ ਆਏ ਆ ਉਹ ਲਾਹਾ ਪ੍ਰਾਪਤ ਕਰਨ ਦਾ ਯਤਨ ਕਰੀਏ। ਮਹਾਰਾਜ ਜੀ ਬਾਣੀ ਦੇ ਵਿੱਚ ਬਚਨ ਕਰਦੇ ਨੇ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਸਾਧੂ ਕੌਣ ਹੈ? ਸਾਧੂ ਕੌਣ ਹੈ? ਜਿਸ ਇਨਸਾਨ ਦੇ ਕਰਮ ਨਿਰਮਲ ਨੇ, ਚੰਗੇ ਨੇ। ਬਹੁਤ ਵਾਰ ਬੇਨਤੀ ਕੀਤੀ ਹੈ, ਫਿਰ ਕਰਦਾ ਵੀ ਕੱਪੜਿਆਂ ਦਾ ਨਾਂ ਸੰਤ ਨਹੀਂ ਹੁੰਦਾ। ਅੱਜ 60% ਬਾਣਾ ਪਾ ਕੇ ਝੂਠ ਬੋਲਿਆ ਜਾਂਦਾ। ਸਮਾਜ ਸੇਵਾ ਦੇ ਨਾਂ ਤੇ ਝੂਠ ਬੋਲਿਆ ਜਾਂਦਾ। ਸ਼ਹੀਦਾਂ ਦੇ ਨਾਮ ਤੇ ਪੈਸਾ ਇਕੱਠਾ ਕਰਕੇ ਬੈਂਕ ਭਰੀ ਜਾਂਦੀ ਹੈ, ਕੋਠੀ ਪਾਈ ਜਾਂਦੀ ਹੈ। ਬਾਣਾ ਸੰਤ ਨਹੀਂ ਹੁੰਦਾ। ਇਹ ਗੁਰੂ ਦੀ ਦਿੱਤੀ ਵਰਦੀ ਹੈ। ਇਹਦੇ ਤੋਂ ਕਈ ਵਾਰੀ ਲੋਕ ਗਲਤ ਲਾਹਾ ਵੀ ਲੈਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਕਰਮ ਆਪਣੀ ਕਰਨੀ ਨਿਰਮਲ ਕਰ। ਬਾਣਾ ਗੁਰੂ ਦਾ ਹੀ ਹੈ, ਨਾਲ ਬਾਣੀ ਚਾਹੀਦੀ ਹੈ। ਪਰ ਕੱਲਾ ਬਾਣਾ ਪਾ ਕੇ ਜੇ ਇਨਸਾਨ ਝੂਠ ਬੋਲੇ, ਕੁਫਰ ਤੋਲੇ, ਬਗਲੇ ਵਾਲੀ ਸਮਾਧੀ ਹੋਵੇ। ਰੰਗ ਤੇ ਹੰਸ ਦਾ ਵੀ ਚਿੱਟਾ ਹੀ ਹੈ। ਹੰਸਾਂ ਵੇਖ ਤਰੰਦਿਆਂ ਬੱਗਾ ਭਿਆਇਆ ਚਾਓ। ਡੁੱਬ ਮੂਏ ਬੱਗ ਬੱਪਰੇ ਸਿਰ ਤਲ ਉੱਪਰ ਪਾਉ। ਮਾਰੇ ਕਹਿੰਦੇ ਬਗਲੇ ਨੇ ਵੀ ਸੋਚਿਆ ਮਨ ਵਿੱਚ ਕਿ ਹੰਸ ਪਾਣੀ 'ਚ ਤਰ ਲੈਂਦਾ, ਮੈਨੂੰ ਕੀ ਗੱਲ ਹੈ, ਮੇਰਾ ਰੰਗ ਵੀ ਚਿੱਟਾ ਹੀ ਹੈ। ਉਹ ਵੀ ਰੀਸ ਕਰਦਾ ਤਰਨ ਦੀ। ਥੋੜਾ ਜਿਹਾ ਪਾਣੀ ਦੇ ਵਿੱਚ ਨੂੰ ਜਾਂਦਾ, ਥੱਕ ਜਾਂਦਾ, ਮਰ ਜਾਂਦਾ, ਸਿਰ ਥੱਲੇ ਹੋ ਜਾਂਦਾ, ਪੈਰ ਉੱਪਰ ਹੋ ਜਾਂਦੇ ਨੇ, ਪਾਣੀ 'ਚ ਸਾਹ ਨਹੀਂ ਆਇਆ, ਮਰ ਗਿਆ। ਰੀਸ ਕਰਨ ਲੱਗਾ ਬੰਦਾ ਹਮੇਸ਼ਾ ਮਰਦਾ ਹੈ। ਮੈਂ ਅੱਗੇ ਚੱਲ ਕੇ ਬੇਨਤੀ ਕਰਾਂਗਾ, ਆਓ ਸਿਮਰਨ ਦੇ ਵਿੱਚ ਪਹਿਲਾਂ ਹਾਜ਼ਰੀ। ਮਨ ਬਲਵਾਨ ਹੁੰਦਾ ਹੈ, ਮਨ ਦੀਆਂ ਮਾੜੀਆਂ ਸੋਚਾਂ ਦੂਰ ਹੁੰਦੀਆਂ ਨੇ। ਸਾਰੇ ਹਾਜ਼ਰੀ ਲਾਓ ਜੀ।
ਵਾਹਿਗੁਰੂ ਧੰਨ ਵਾਹਿਗੁਰੂ 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 ਜਪ ਲਓ ਵਾਹਿਗੁਰੂ ਧੰਨ ਵਾਹਿਗੁਰੂ ਬੋਲੋ ਬਈ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਜਪ ਲਓ ਵਾਹਿਗੁਰੂ ਧੰਨ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ हम कुकर तेरे दरबार हम कुकर तेरे दरबार हम कुकर तेरे दरबार हम कुकर तेरे दरबार पौंके आगे बदन पसार पौंके आगे बदन पसार जप लो वाहिगुरु 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 जप लो ज्ञान अंजन गुर दिया अज्ञान अंधेर विनाश 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 हर कृपा ते संत भेटिया नानक मन परगास पाते संत भेटिया नानक मन परगास वाहिगुरु 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 मुंह दूर रखो
ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਆਦਿ ਵਾਹਿਗੁਰੂ ਜੁਗਾਦ ਵਾਹਿਗੁਰੂ ਹੈਪੀ ਵਾਹਿਗੁਰੂ ਹੋਸੀ ਵਾਹਿਗੁਰੂ 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 ਡਿਠ ਸਭੇ ਥਾਵ ਡਿਠ ਸਭੇ ਥਾਵ ਨਹੀਂ ਤੁਧ ਜੀਆ ਨਹੀਂ ਤੁਧ ਜੀਆ ਬੱਦੋ ਪੁਰਖ ਵਿਧਾਤੇ ਵਾਹਿਗੁਰੂ 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 ਬੱਦੋ ਪੁਰਖ ਵਿਧਾਤੇ ਬੱਦੋ ਪੁਰਖ ਵਿਧਾਤੇ ਤਾਹ ਤੂੰ ਸੋਹਿਆ ਤਾਹ ਤੂੰ ਸੋਹਿਆ ਵਸਦੀ ਸਗਨ ਅਪਾਰ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਅਨੂਪ ਰਾਮਦਾਸਪੁਰ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਅਨੂਪ ਰਾਮਦਾਸਪੁਰ ਅਰਹਾਂ ਨਾਨਕ ਕਸ ਮਲ ਜਾਏ ਵਾਹਿਗੁਰੂ 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 ਹਰ ਹਾਂ ਨਾਨਕ ਕਸ ਮਲ ਜਾਏ ਨਾਈਐ ਰਾਮਦਾਸ ਸਰ ਨਾਈਐ ਰਾਮਦਾਸ ਸਰ ਨਾਈਐ ਰਾਮਦਾਸ ਸਰ ਨਾਈਐ ਰਾਮਦਾਸ ਸਰ ਵਾਹਿਗੁਰੂ 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 ਵਾਹਿਗੁਰੂ
ਜਿੱਥੇ ਸਭੈ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਤਾਹ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਕਸਮਲ ਜਾਏ ਨਾਇਐ ਰਾਮਦਾਸ ਸਰ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਗੱਜ ਕੇ ਫਤਿਹ ਬੁਲਾਓ। ਕੋਈ ਵੀ ਰਸਨਾ ਵਾਂਝੀ ਨਾ ਰਵੇ ਜੀ, ਇੱਕੋ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਧੋਪੁਰ ਨਗਰ ਦੀ ਸੰਗਤ, NRI ਸੰਗਤਾਂ ਰਲ ਮਿਲ ਕੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ 2 ਰੋਜ਼ਾ ਗੁਰਮਤਿ ਸਮਾਗਮ ਰਾਤਰੀ ਦੇ ਦੀਵਾਨ ਸਤਿਗੁਰਾਂ ਨੇ ਨਗਰ ਨੂੰ, ਇਲਾਕੇ ਦੀ ਸੰਗਤ ਨੂੰ ਬਖਸ਼ਿਸ਼ ਕੀਤੇ ਹੈ। ਪਹਿਲੇ ਦਿਨ ਰਾਤਰੀ ਦੇ ਦੀਵਾਨਾਂ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਅਤੀ ਸਤਿਕਾਰਤ ਜਥਿਆਂ ਪਾਸੋਂ ਆਪ ਜੀ ਨੇ ਗੁਰਬਾਣੀ, ਕੀਰਤਨ, ਗੁਰਮਤਿ ਵਿਚਾਰਾਂ ਸਰਵਣ ਕੀਤੀਆਂ। ਸਾਡੇ ਤੋਂ ਪਹਿਲਾਂ ਬਾਬਾ ਜੀਵਾ ਸਿੰਘ ਜੀ ਦਮਦਮੀ ਟਕਸਾਲ, ਉਹਨਾਂ ਤੋਂ ਆਪ ਜੀ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਘਰ ਦੀ ਵਡਿਆਈ ਬੜੇ ਪਿਆਰ ਸਤਿਕਾਰ ਨਾਲ ਸਰਵਣ ਕੀਤੀ ਹੈ। ਜਿਤਨਾ ਸਮਾਂ ਆਪਣੇ ਕੋਲ ਹੈ, ਤੁਹਾਡੇ ਕੋਲ ਹੈ, ਸਾਡੇ ਕੋਲ ਹੈ, ਗੁਰੂ ਸਾਹਿਬ ਸੇਵਾ ਲੈ ਰਹੇ ਨੇ। ਇਕਾਗਰਚਿਤ ਹੋ ਕਰਕੇ ਸੁਭਾਏਮਾਨ ਹੋਣ ਦੀ ਕਿਰਪਾਲਤਾ ਕਰੀਏ, ਕਿਉਂਕਿ ਇਹ ਜੋ 2 ਰੋਜ਼ਾ ਸਮਾਗਮ ਹੈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਔਰ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਵਾਸਤੇ, ਸਤਿਗੁਰਾਂ ਦੇ ਚਰਨਾਂ 'ਚ ਤਰਲਾ ਕਰਨ ਵਾਸਤੇ ਇਹ ਸਮਾਗਮ ਉਲੀਕੇ ਗਏ। ਔਰ ਨਾਲ ਨਾਲ ਬੇਨਤੀ ਕਰਾਂ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹਨਾ ਪਏਗਾ। ਉਹਨਾਂ ਵਾਂਗੂ ਭਾਣੇ ਨੂੰ ਮੰਨਣਾ ਪੈਣਾ। 487ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਪਨ ਦੀ ਉਮਰ ਵਿੱਚ ਪਿਤਾ ਜੀ ਦਾ ਹੱਥ ਵੀ ਸੀਸ ਤੋਂ ਉੱਠਿਆ। ਪਿਤਾ ਸ਼੍ਰੀ ਹਰੀਦਾਸ ਜੀ, ਮਾਤਾ ਦਇਆ ਕੌਰ ਜੀ, ਦਾਦਾ ਸਤਿਕਾਰਯੋਗ ਠਾਕੁਰ ਦਾਸ ਜੀ। ਦਾਦਾ ਜੀ ਦਾ ਨਾਮ ਹੈ ਠਾਕੁਰ ਦਾਸ, ਪਿਤਾ ਦਾ ਨਾਮ ਹੈ ਸਤਿਕਾਰਯੋਗ ਹਰੀਦਾਸ ਤੇ ਪੁੱਤਰ ਦਾ ਨਾਮ ਹੈ ਰਾਮਦਾਸ। ਹਰ ਇੱਕ ਨਾਮ ਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਦਾ ਝਲਕਾਰਾ ਪੈਂਦਾ। ਮਾਂ ਹੈ ਦਇਆ ਕੌਰ, ਦਇਆ ਕੌਰ ਜੀ ਦੇ ਕੁੱਖ ਨੂੰ ਭਾਗ ਲਗੇ ਧੰਨ ਧੰਨ ਗੁਰ। ਉਹ ਧੰਨ ਹੈ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਇਆ। ਉਹ ਪਿਤਾ ਧੰਨ ਹੈ, ਉਹ ਮਾਤਾ ਧੰਨ ਹੈ, ਉਹ ਕੁਲ ਧੰਨ ਹੈ, ਜਿਸ ਕੁਲ ਨੇ, ਜਿਸ ਮਾਤਾ ਪਿਤਾ ਨੇ ਗੁਰੂ ਨੂੰ ਜਨਮ ਦਿੱਤਾ। ਬਚਪਨ ਬੀਤਿਆ, ਥੋੜੀ ਜੀ ਬੇਨਤੀ ਪਿੱਛੋਂ ਆਰੰਭ ਕਰਾਂ। ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਾਬਾ ਲਹਿਣਾ ਜੀ, ਕੰਨਾਂ ਵਿੱਚ ਆਵਾਜ਼ ਪਈ ਕਿ ਕਰਤਾਰਪੁਰ ਦੀ ਧਰਤੀ ਤੇ ਨਾਨਕ ਤਪਾ ਜੀ ਰਹਿੰਦੇ ਆ, ਤੇ ਮਨ 'ਚ ਇੱਛਾ ਜਾਗੀ, ਜੇ ਇਸ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਵਡਿਆਈ ਸਾਰੀ ਦੁਨੀਆ ਕਰਦੀ ਹੈ, ਮੈਂ ਵੀ ਦਰਸ਼ਨ ਕਰਾਂ। ਘੋੜੇ ਤੇ ਸਵਾਰ ਪਹਿਲੀ ਵਾਰੀ ਗੁਰੂ ਨਾਨਕ ਦੇ ਮਹਾਰਾਜ ਦੇ ਦੀਦਾਰ ਕਰਨ ਪਹੁੰਚਦੇ ਆ। ਪਤਾ ਨਹੀਂ ਕਿ ਗੁਰੂ ਨਾਨਕ ਦੇ ਮਹਾਰਾਜ ਬਰਾਜਦੇ ਕਿੱਥੇ ਆ।
3 ਜਣੇ ਸਾਧੂ ਲੋਕ ਰਸਤੇ ਵਿੱਚ ਮਿਲੇ। ਘੋੜੇ ਤੇ ਸਵਾਰ ਨੇ ਬਾਬਾ ਲਹਿਣਾ ਜੀ। ਉਹਨਾਂ 3 ਮਹਾਂਪੁਰਸ਼ਾਂ ਨੂੰ ਪੁੱਛਿਆ ਕਿ ਇੱਥੇ ਨਾਨਕ ਤਪਾ ਜੀ ਰਹਿੰਦੇ ਆ, ਮੈਂ ਦਰਸ਼ਨ ਕਰਨੇ ਚਾਹੁੰਦਾ। ਉਹ 3 ਮਹਾਂਪੁਰਖਾਂ ਚੋਂ ਇੱਕ ਮਹਾਂਪੁਰਖ ਨੇ ਘੋੜੇ ਦੀਆਂ ਵਾਗਾਂ ਫੜੀਆਂ, ਆ ਤੈਨੂੰ ਛੱਡ ਦਿੰਦੇ। ਗੁਰੂ ਨਾਨਕ ਮਹਾਰਾਜ ਦਾ ਘਰ ਕੈਸਾ ਹੈ, ਮੈਂ ਉੱਥੋਂ ਤਾਂ ਸ਼ੁਰੂ ਕੀਤਾ। ਨਿਮਰਤਾ ਵੀ ਹੈ, ਪਿਆਰ ਵੀ ਹੈ, ਹੱਥ ਜੋੜਨੇ ਵੀ ਗੁਰੂ ਸਾਹਿਬ ਸਿਖਾਉਂਦੇ ਆ। ਜੇ ਕੋਈ ਚੜ ਕੇ ਆਵੇ ਤੇ ਹੱਥ 'ਚ ਡਾਂਗ ਫੜ ਕੇ ਗਿੱਟੇ ਭੰਨਣੇ ਵੀ ਦੱਸਦੇ ਆ। ਪਹਿਲਾਂ ਨਹੀਂ, ਜੇ ਕੋਈ ਪਹਿਲ ਕਰੇ ਤੇ ਪਿਆਰਿਓ ਖਾਲਸੇ ਦੀ ਰਵਾਇਤ ਇਹ ਨਹੀਂ ਸੀ ਜੋ ਹੁਣ ਸਾਡੀ ਬਣ ਗਈ। ਮੈਂ ਵੀ ਵਿੱਚ ਹੀ ਹਾਂ ਤੁਹਾਡੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਬਾਬਾ ਲਹਿਣਾ ਜੀ ਪਹੁੰਚੇ, ਉਹ ਮਹਾਂਪੁਰਖਾਂ ਚੋਂ ਇੱਕ ਮਹਾਂਪੁਰਖ ਨੇ ਘੋੜੇ ਦੀਆਂ ਵਾਗਾਂ ਫੜੀਆਂ। ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਸੰਗਤ ਨੂੰ ਮਿਲਦੇ ਦਰਸ਼ਨ ਦਿੰਦੇ ਐ, ਉੱਥੇ ਲਿਜਾ ਕੇ ਕਹਿੰਦੇ ਇੱਥੇ ਬੈਠੋ, ਥੋੜੇ ਸਮੇਂ ਬਾਅਦ ਆਉਣਗੇ। ਬਾਬਾ ਲਹਿਣਾ ਜੀ ਬਿਰਾਜਮਾਨ ਹੋ ਗਏ ਸੰਗਤ ਵਿੱਚ। ਕੁਝ ਸਮੇਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਆ ਕੇ ਆਸਣ ਤੇ ਬਿਰਾਜੇ ਤੇ ਬਾਬਾ ਲਹਿਣਾ ਜੀ ਨਾਲੇ ਦਰਸ਼ਨ ਕਰਦੇ ਐ, ਨਾਲੇ ਇੱਕ ਝਟਕਾ ਲੱਗਦਾ ਹੈ, ਹੈਰਾਨੀ ਹੁੰਦੀ ਹੈ। ਤੇ ਬਾਬਾ ਲਹਿਣਾ ਜੀ ਪੁੱਛਦੇ ਗੁਰੂ ਨਾਨਕ ਦੇਵ ਮਹਾਰਾਜ ਨੂੰ, ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਨ ਆਇਆ, ਮੈਂ ਆਪ ਜੀ ਦੇ ਦੀਦਾਰ ਕਰਨ ਆਇਆ, ਪਰ ਮੇਰੇ ਸਿਰ ਭਾਰ ਚੜ ਗਿਆ, ਮੇਰੇ ਸਿਰ ਪਾਪ ਚੜ ਗਿਆ। ਮਹਾਰਾਜ ਕਹਿੰਦੇ ਪਾਪ ਕਿਵੇਂ ਚੜਿਆ? ਕਹਿੰਦੇ ਜੀ ਤੁਸੀਂ ਸਾਨੂੰ ਮਿਲੇ, ਤੁਹਾਨੂੰ ਅਸੀਂ ਰਸਤਾ ਪੁੱਛਿਆ ਤੇ ਤੁਸੀਂ ਸਾਡੇ ਘੋੜੇ ਦੀਆਂ ਵਾਗਾਂ ਫੜ ਕੇ ਇੱਥੇ ਤੱਕ ਲੈ ਕੇ ਆਏ। ਮੈਂ ਘੋੜੇ ਤੇ ਗੁਰੂ ਪੈਦਲ ਤੇ ਮੇਰੇ ਸਿਰ ਭਾਰ ਨਹੀਂ। ਤੇ ਗੁਰੂ ਨਾਨਕ ਮਹਾਰਾਜ ਨੇ ਬਚਨ ਪਤਾ ਪਹਿਲੀ ਮਿਲਣੀ ਚ ਕੀ ਕੀਤਾ ਸੀ? ਕਹਿੰਦੇ ਤੁਸੀਂ ਲੈਣਾ ਤੇ ਅਸੀਂ ਦੇਣਾ ਹੈ। ਹਜੇ ਪਹਿਲੀ ਮਿਲਣੀ ਹੈ, ਕੋਈ ਸੇਵਾ ਨਹੀਂ, ਕੋਈ ਹਜੇ ਇੱਕ ਹੁਕਮ ਤੱਕ ਨਹੀਂ ਮੰਨਿਆ। ਮਹਾਰਾਜ ਕਹਿੰਦੇ ਤੁਸੀਂ ਲੈਣਾ ਹੈ, ਅਸੀਂ ਦੇਣਾ ਹੈ। ਲੈਣ ਵਾਲੇ ਚੜ ਕੇ ਹੀ ਆਉਂਦੇ, ਦੇਣ ਵਾਲੇ ਨੀਵੇਂ ਹੀ ਹੁੰਦੇ। ਭਗਤਾਂ ਕੀ ਚਾਲ ਨਿਰਾਲੀ, ਚੱਲੇ ਨਿਰਾਲੀ ਬਿਕਮ ਮਾਰਗ ਚੱਲ। ਐਸੇ ਗੁਰੂ ਨਾਨਕ ਦੇ ਕਰਤਾਰਪੁਰ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਕਰਤਾਰਪੁਰ ਦੇ ਵਿੱਚ ਜਾ ਕੇ ਕਰਤਾਰ ਦੇ ਹੀ ਹੋ ਗਏ। ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ। ਤੇ ਜੇਨ ਕਰਤਾਰ ਨੂੰ ਹੀ ਮਿਲ ਲਿਆ, ਉਹਨ ਦੁਨੀਆ ਦੀ ਕਿਹੜੀ ਚੀਜ਼ ਨੂੰ ਦੇਖਣਾ ਸੀ? ਆਖੋ ਸਤਨਾਮ ਵਾਹਿਗੁਰੂ ਜੀ। ਜਿਨ ਹਰ ਜਪਿਓ ਸੇ ਹਰ ਹੋਏ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ, ਪਹਿਲੇ ਦਰਸ਼ਨ ਐਸਾ ਤੀਰ ਮਨ ਤੇ ਵੱਜਾ, ਗੁਰੂ ਨਾਨਕ ਦੇ ਘਰ ਦੇ ਹੋ ਗਏ। ਉੱਥੋਂ ਹੀ ਮੰਗਿਆ, ਉੱਥੇ ਹੀ ਸੇਵਾ ਕੀਤੀ, ਉੱਥੇ ਹੀ ਬਚਨ ਮੰਨੇ। ਤੇ ਇੱਕ ਦਿਨ ਗੁਰੂ ਨਾਨਕ ਨੂੰ ਜਪਦੇ ਜਪਦੇ ਖੁਦ ਗੁਰੂ ਨਾਨਕ ਬਣੇ। ਆਖੋ ਸਤਨਾਮ ਵਾਹਿਗੁਰੂ ਜੀ। ਗੱਦੀ ਮਿਲੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਮਾਂ ਆਇਆ। ਖਡੂਰ ਸਾਹਿਬ ਦੀ ਧਰਤੀ ਤੇ ਭਾਗ ਲਾਏ, ਫੇਰ ਬਸਾਇਆ, ਫੇਰ ਆਨ ਸਤਿਗੁਰ ਖਾਡੂਰ। ਖਡੂਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਦੂਸਰੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਬਰਾਜਦੇ ਐ, ਉਹਨਾਂ ਦੀ ਧੀ ਬੀਬੀ ਅਮਰੋ ਬਾਸਰ ਕੇ ਪਿੰਡ ਵਿਆਹੇ ਹੋਏ। ਤੇ ਬਾਸਰ ਕੇ ਪਿੰਡ ਜਿੱਥੇ ਵਿਆਹੇ ਐ, ਧੰਨ ਗੁਰੂ ਅਮਰਦਾਸ ਮਹਾਰਾਜ, ਤਿਨਾਂ ਦੇ ਭਤੀਜੇ ਨੂੰ ਬੀਬੀ ਅਮਰੋ ਜੀ ਦਾ ਆਨੰਦ ਕਾਰਜ ਹੋਇਆ। ਗੁਰੂ ਅੰਗਦ ਦੇਵ ਜੀ ਨਾਲ ਗੁਰੂ ਅਮਰਦਾਸ ਜੀ ਦਾ ਰਿਸ਼ਤਾ ਕਿਹੜਾ ਸੀ? ਕੁੜਮ ਦਾ। ਜਦੋਂ ਵੀ ਆਉਂਦੇ ਸੀ ਮੁੱਛਾਂ ਨੂੰ ਤਾਰ ਦੇ ਕੇ ਹੀ ਆਉਂਦੇ ਸੀ ਵੀ ਮੈਂ ਮੁੰਡੇ ਵਾਲਾ। ਸਾਲ ਬਾਅਦ ਦੇਵੀ ਦੇ ਜਾਂਦੇ ਸੀ। ਆਪਾਂ ਨੂੰ ਸਭ ਨੂੰ ਪਤਾ, ਮੈਂ ਸੰਖੇਪ ਕਰ ਰਿਹਾ।
ਕੇਵਲ ਗੁਰੂ ਰਾਮਦਾਸ ਮਹਾਰਾਜ ਤੱਕ ਬੇਨਤੀ ਲੈ ਕੇ ਆਉਂਗਾ। ਉੱਥੇ ਸਾਧੂ ਦਾ ਬਚਨ ਹੋਇਆ ਕਿ ਅਮਰੂ ਤੇਰਾ ਗੁਰੂ ਕੌਣ ਹੈ ਭਾਈ? ਕਹਿੰਦੇ ਜੀ ਮੇਰੇ ਪਿਤਾ ਜੀ ਸਾਡੇ ਦਾਦੇ ਪੜਦਾਦੇ ਸੰਗ ਲੈ ਕੇ ਆਉਂਦੇ ਸੀ, ਮੈਂ ਵੀ ਆਉਣਾ ਹੈ। ਗੁਰੂ ਤੇ ਕੋਈ ਧਾਰਨ ਨਹੀਂ ਕੀਤਾ। ਕਿੰਨੇ ਕਦਮ ਉਹ ਮਹਾਂਪੁਰਸ਼ ਪਿੱਛੇ ਹੋ ਗਏ। ਉਮਰ ਕਿੰਨੀ ਹੈ? 60 ਸਾਲ। ਕਹਿੰਦੇ 60 ਸਾਲਾਂ ਵਿੱਚ ਇੱਕ ਵੀ ਸਵਾਸ ਤੂੰ ਸਫਲਾ ਨਹੀਂ ਕੀਤਾ। ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਹਾਮੀ ਭਰਦੇ ਐ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਅੱਜ ਘਰ ਦੇ 4 ਮੈਂਬਰ ਨੇ, ਚਾਰਾਂ ਦੀ ਸੋਚ ਵੱਖਰੀ ਵੱਖਰੀ ਹੈ। ਇਸੇ ਕਰਕੇ ਕਲੇਸ਼ ਹੈ, ਇਸੇ ਕਰਕੇ ਕੰਧਾਂ ਨਿਕਲ ਰਹੀਆਂ। ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ, ਦੂਜਾ ਵਰਤ ਕਰਦਾ ਹੈ, ਤੀਜਾ ਕਿਸੇ ਪਖੰਡੀ ਵੱਲ ਤੁਰਿਆ ਫਿਰਦਾ ਹੈ, ਚੌਥਾ ਸੇਮੀਆਂ ਚੜਾਉਂਦਾ ਫਿਰਦਾ ਹੈ। 4 ਨੇ, ਚਾਰਾਂ ਦੇ ਮੂੰਹ ਵੱਖਰੇ। ਤੇ ਕਈ ਵਾਰੀ ਤਾਂ ਇਦਾਂ ਵੀ ਹੁੰਦਾ ਵੀ ਪਤੀ ਪਤਨੀ ਦਾ ਮੂੰਹ ਵੱਖਰਾ, ਉਹਨਾਂ ਦੀ ਨਹੀਂ ਬਣਦੀ ਗੱਲ, ਸਿਦਕ ਦੀ ਹੁੰਦੀ ਹੈ। ਮੇਰੇ ਤੋਂ ਪਹਿਲਾਂ ਬਾਬਾ ਜੀਵਾ ਸਿੰਘ ਜੀ ਵੀ ਕਹਿੰਦੇ ਸੀ, ਸਿਰ ਦੇਣ ਵਾਲੇ ਕੌਣ ਨੇ? ਸਿਰ ਕਿਵੇਂ ਦਿੱਤਾ ਜਾਂਦਾ ਹੈ? ਇਬਾਦਤ ਹੈ, ਸ਼ਹਾਦਤ ਫੇਰ ਹੈ। ਅਸੀਂ ਮੰਗਣਾ ਕਿਤੇ ਹੋ ਹੈ, ਸ਼ੁਕਰਾਨਾ ਕਿਸੇ ਦਾ ਕਰਦੇ ਫਿਰਦੇ ਹਾਂ। ਜੋ ਕੂਕਰ ਦਰ ਦਰ ਫਿਰੇ, ਦੁਰ ਦੁਰ ਕਹੇ ਸਭ ਕੋਏ, ਏਕ ਦਰ ਕਾ ਹੋਏ ਰਹੇ ਦੁਰ ਦੁਰ ਕਹੇ ਨਾ ਕੋਏ। ਤੁਹਾਡੇ ਮਾਧੋਪੁਰ ਚ ਅਵਾਰਾ ਫਿਰਦੇ ਕੁੱਤੇ ਹੋਣਗੇ, ਹਰ ਕੋਈ ਦੁੱਧ ਪਾਉਂਦਾ ਕਿਤੇ, ਹਰ ਕੋਈ ਰੋਟੀ ਪਾਉਂਦਾ ਹੈ। ਜਿਹਦੇ ਘਰ ਜਾਣਗੇ ਡਾਂਗਾ ਫਿਰਨਗੀਆਂ। ਅਵਾਰਾ ਹੈ, ਗਲ ਚ ਕਿਸੇ ਮਾਲਕ ਦਾ ਪਟਾ ਹੀ ਹੈ ਨਹੀਂ। ਤੇ ਜਿਹੜਾ ਇੱਕ ਮਾਲਕ ਦਾ ਪਟਾ ਪਾ ਕੇ ਰੱਖਦਾ ਹੈ, ਅਸਿਆਲ ਆ ਜਾਣਗੇ ਮੋਰੇ, 100 ਛਿੱਤਰ ਮਾਰ ਕੇ ਵੀ ਘਰੋਂ ਕੱਢਿਓ, ਕੁੱਤਾ ਤੁਹਾਡਾ ਦਰ ਛੱਡ ਕੇ ਕਿਤੇ ਨਹੀਂ ਜਾਂਦਾ, ਬਾਹਰ ਹੀ ਬੈਠਾ ਰਹੂ। ਏਕ ਦਰ ਕਾ ਹੋਏ ਰਹੇ ਦੁਰ ਦੁਰ ਕਹੇ ਨਾ ਕੋਏ। ਸਾਨੂੰ ਪਤਾ ਹੀ ਨਹੀਂ ਅਸੀਂ ਕਿੱਥੇ ਕਿੱਥੇ ਜਾਂਦੇ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਉੱਥੇ ਤੱਕ ਬੇਨਤੀ ਲਿਆ ਰਹੇ ਹੈ। ਗੁਰੂ ਅਮਰਦਾਸ ਮਹਾਰਾਜ ਦੇ ਮਨ ਨੂੰ ਇਹ ਜਦੋਂ ਬਚਨ ਸੁਣਿਆ ਕਿ ਤੂੰ ਨਗੁਰਾ ਹੈ, ਉਹ ਸ਼ਬਦ ਕੰਨਾਂ ਦੇ ਵਿੱਚ ਬਾਰ-ਬਾਰ ਦਿਮਾਗ ਦੇ ਵਿੱਚ ਘੁੰਮਦੇ ਆ। ਪਿੰਡ ਵੀ ਆ ਗਏ, ਬਾਸਰ ਕੇ ਆ ਕੇ ਰਾਤ ਨੂੰ ਮੰਜੀ ਤੇ ਆਰਾਮ ਵੀ ਕਰਦੇ ਐ, ਨੀਂਦ ਨਹੀਂ ਪੈਂਦੀ, ਤਾਰੇ ਗਿਣਦੇ ਐ। ਅੰਮ੍ਰਿਤ ਵੇਲਾ ਹੋਇਆ, ਬੀਬੀ ਅਮਰੋਂ ਨੇ ਮਧਾਣੀ ਪਾਈ ਤੇ ਮਧਾਣੀ ਪਾ ਕੇ ਬਚਨ ਪੜ੍ਹਨੇ ਆਰੰਭ ਕੀਤੇ। ਬਲਿਹਾਰੀ ਗੁਰੇ ਆਪਣੇ, ਨਾਲੇ ਦੁੱਧ ਰਿੜਕਦੇ ਆ ਨਾਲੇ ਪੜ੍ਹਦੇ ਆ। ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਮਹਾਰਾਜ ਕਹਿੰਦੇ ਨੇ ਜੇ 100 ਚੰਦਾ ਉਗਵੇ, ਸੂਰਜ ਚੜੇ 1000, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਉਹ ਜਿਹੜੀ ਗੱਲਾਂ ਚ ਕੰਨਾਂ ਦੇ ਵਿੱਚ ਗੱਲ ਪਈ, ਉਹੀ ਗੱਲ ਅੱਜ ਬਾਣੀ ਨੇ ਕਹਿਤੀ। ਉੱਠੇ ਮੰਜੀ ਤੋਂ, ਆਪਣੀ ਨੂੰਹ ਬੀਬੀ ਅਮਰੋ ਦੇ ਕੋਲ ਆ ਕੇ ਖੜ ਗਏ। ਧੀਏ ਕੀ ਪੜ੍ਹਦੀ ਹੈ? ਪਿਤਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਬਾਣੀ ਹੈ। ਮੇਰੇ ਮਨ ਨੂੰ ਸ਼ਾਂਤੀ ਮਿਲੀ, ਮੈਨੂੰ ਗੁਰੂ ਨਾਨਕ ਦੇ ਦਰਸ਼ਨ ਕਰਾ ਕਿੱਥੇ ਨੇ? ਬੀਬੀ ਅਮਰੋ ਜੀ ਕਹਿੰਦੇ ਪਿਤਾ ਜੀ ਗੁਰੂ ਨਾਨਕ ਦੇ ਪਾਤਸ਼ਾਹ ਸਰੀਰ ਕਰਕੇ ਨਹੀਂ, ਉਹਨਾਂ ਦੀ ਜੋਤ ਮੇਰੇ ਪਿਤਾ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਵਿੱਚ ਬਿਰਾਜਮਾਨ ਹੈ ਤੇ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਤੇ। ਭੈਣੋ ਤੁਹਾਡੇ ਲਈ ਸਿੱਖਿਆ ਦਾ ਬਚਨ ਆਵੇਗਾ ਜਿਹੜਾ ਅੱਗੇ ਮੈਂ ਬੇਨਤੀ ਕਰਨ ਲੱਗਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਧੀਏ ਮੈਨੂੰ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਵਾ। ਕੀਤੇ ਤਾਂ ਪਹਿਲਾਂ ਵੀ ਬੜੀ ਵਾਰੀ ਹੈ, ਪਰ ਕੁੜਮ ਬਣ ਕੇ ਕੀਤੇ, ਰਿਸ਼ਤੇਦਾਰ ਬਣ ਕੇ ਕੀਤੇ ਹੈ। ਮੈਨੂੰ ਗੁਰੂ ਦੇ ਦਰਸ਼ਨ ਕਰਵਾ, ਮੈਨੂੰ ਲੈ ਕੇ ਚੱਲ। ਬੀਬੀ ਅਮਰੋ ਜੀ ਕਹਿੰਦੇ ਪਿਤਾ ਜੀ ਜ਼ਰੂਰ ਚੱਲਦੀ ਮੈਂ, ਪਰ ਜਾ ਨਹੀਂ ਸਕਦੀ, ਮੈਂ ਮਾਫੀ ਮੰਗਦੀ ਹਾਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਧੀਏ ਕਿਉਂ ਨਹੀਂ ਜਾ ਸਕਦੀ? ਤੇ ਧੀ ਦਾ ਜਵਾਬ ਸੁਣੋ ਬੀਬੀ ਅਮਰੋ ਜੀ ਦਾ। ਕਹਿੰਦੇ ਜਿੱਦਣ ਮੇਰਾ ਆਨੰਦ ਕਾਰਜ ਹੋਇਆ ਹੈ, ਮੇਰੇ ਪਿਤਾ ਨੇ ਡੋਲੀ ਤੁਰਨ ਲੱਗਿਆਂ ਬਚਨ ਕੀਤਾ
ਕਿ ਧੀਏ ਇਸ ਘਰ ਚੋਂ ਤੇਰੀ ਡੋਲੀ ਚੱਲੀ ਹੈ ਤੇ ਉੱਥੋਂ ਅਰਥੀ ਉੱਠਣੀ ਚਾਹੀਦੀ ਹੈ। ਪਤੀ ਬ੍ਰਤਾ ਧਰਮ ਨਿਭਾਉਣਾ ਹੈ, ਬਿਨਾਂ ਬੁਲਾਏ ਕਦੇ ਪੇਕੇ ਘਰ ਨਹੀਂ ਆਉਣਾ। ਜੇ ਬਿਨਾਂ ਬੁਲਾਏ ਆਈ ਦਾ ਸਤਿਕਾਰ ਨਾ ਹੋਇਆ, ਸਾਨੂੰ ਉਲੰਭਾ ਨਾ ਦਈ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਹੁੰਦੀ ਸੀ ਪਿਤਾ ਦੀ ਸਿੱਖਿਆ, ਗੁਰੂ ਦੀ ਸਿੱਖਿਆ, ਜਿਹੜੀ ਸਾਡੇ ਚੋਂ ਨਿਕਲ ਗਈ। ਅੱਜ ਆਪਾਂ ਹੀ ਫੋਨ ਤੇ ਕਹਿ ਦਿੰਨੇ ਆ, ਨਹੀਂ ਮੰਨਦਾ ਘਰ ਵਾਲਾ ਕਹਿਣਾ, ਨਹੀਂ ਚੱਕ ਪਰ ਸਾਜਾ ਪੇਕੇ। ਘਰ ਜ਼ਿਆਦਾ ਤਾਂ ਟੁੱਟਦੇ ਆ ਜਦੋਂ ਆਪਣੇ ਘਰ ਦੀ ਹਰ ਇੱਕ ਗੱਲ ਦੱਸਣਾ। ਅੱਜ ਮੈਂ ਭਿੰਡੀਆਂ ਬਣਾਈਆਂ, ਅੱਜ ਮੈਂ ਪਨੀਰ ਬਣਾਇਆ, ਅੱਜ ਮੇਰੀ ਸੱਸ ਨੇ ਇਦਾਂ ਕਿਹਾ, ਫਿਰ ਮਾਂ ਕਹਿੰਦੀ ਚੱਕ ਝੋਲਾ ਆ ਜਾ, ਕੀ ਕਰਨਾ ਇੱਥੇ। ਘਰ ਤਾਂ ਟੁੱਟਦੇ ਆ ਜਦੋਂ ਤੁਹਾਡੇ ਘਰ ਦੀ ਨਿੱਕੀ ਨਿੱਕੀ ਗੱਲ ਪਿੱਛੇ ਤੱਕ ਪਹੁੰਚਦੀ ਹੈ ਨਾ, ਧੀਆਂ ਵਸਦੀਆਂ ਨਹੀਂ। ਮੈਂ ਮਾਫੀ ਮੰਗ ਕੇ ਬੇਨਤੀ ਕਰਦਾ, ਕੋਰਟਾਂ 'ਚ ਚਲੇ ਜਾਓ, 70% ਕੇਸ ਤਲਾਕ ਦੇ ਹੀ ਚੱਲੀ ਜਾਂਦੇ। ਕਾਰਨ ਕੀ ਹੈ? ਇੱਕ ਗੁਰੂ ਦੀ ਮਰਜ਼ਾਦਾ ਤੋਂ ਬਾਹਰ ਹੋਏ, ਸ਼ਾਮ ਨੂੰ 4 ਵਜੇ ਆਨੰਦ ਕਾਰਜ ਕੀਤੇ ਤੇ ਮੇਰੇ ਅਰਗੇ ਤੋਂ ਅਰਦਾਸ ਕਰਾ ਲਈ, ਪੂਰਨ ਮਰਜ਼ਾਦਾ ਨਾਲ ਆਨੰਦ ਕਾਰਜ ਹੋਇਆ ਜੀ। ਕਦੇ ਪੜੋ ਆਪਣੀ ਪੂਰਨ ਮਰਜ਼ਾਦਾ ਕੀ ਹੈ। ਬਾਣੇ ਤੋਂ ਬਾਹਰ ਹੋਏ, ਖਾਣੇ ਤੋਂ ਬਾਹਰ ਹੋਏ। ਸਾਡਾ ਬਾਣਾ ਗੁਰੂ ਵਾਲਾ ਨਹੀਂ ਰਿਹਾ, ਸਾਡਾ ਖਾਣਾ ਗੁਰੂ ਵਾਲਾ ਨਹੀਂ ਰਿਹਾ। ਪ੍ਰਭਾਤ ਫੇਰੀਆਂ ਚੱਲਣਗੀਆਂ, ਗੁਰੂ ਨਾਨਕ ਮਹਾਰਾਜ ਦੇ ਗੁਰਪੁਰਬ ਤੇ 4 ਵਜੇ ਛੋਲੇ ਭਟੂਰੇ ਖਿਲਾਉਂਦੇ ਆ ਪ੍ਰਭਾਤ ਫੇਰੀ। ਕਹਿੰਦੇ ਲੋਕ ਆਉਣਗੇ। ਜਦੋਂ 4 ਵਜੇ ਤਲੀਆਂ ਚੀਜ਼ਾਂ ਮੂੰਹ 'ਚ ਦਿਓਗੇ ਕਿਸੇ ਦੇ, ਸਾਰੀ ਦਿਹਾੜੀ ਆਵਾਤੀ ਲੈਣੇ ਆ, ਫਿਰ ਡਾਕਟਰ ਦੇ ਤੁਰਿਆ ਫਿਰਦਾ। ਜੇ ਕੋਈ ਦਵਾਈ ਲੈ ਕੇ ਆਉਂਦੇ ਨੂੰ ਪੁੱਛ ਲਵੇ ਕੀ ਹੋਇਆ, ਲੰਗਰ ਨੇ ਬਿਮਾਰ ਕਰਤੇ। ਦੋਸ਼ ਗੁਰੂ ਦਾ। ਆਖੋ ਸਤਨਾਮ ਵਾਹਿਗੁਰੂ ਜੀ। ਸਵਾਦ ਆਪਣਾ, ਦੋਸ਼ ਗੁਰੂ ਦਾ। ਸਾਡਾ ਖਾਣਾ ਵੀ ਸਾਦਾ ਨਹੀਂ। ਤੁਸੀਂ ਆ 7-8 ਸਾਲ ਦਾ ਬੱਚਾ ਵੇਖੋ, ਕੋਈ ਐਡੇ ਮੋਟੇ ਸ਼ੀਸ਼ੇ ਵਾਲੀ ਐਨਕ ਲਾਈ ਫਿਰਦਾ। ਮਾਂ ਪੇ ਗਲਤੀ ਨਹੀਂ ਕਬੂਲਦੇ। ਉਹਨਾਂ ਨੂੰ ਪੁੱਛੋ ਕੀ ਗੱਲ ਹੈ, ਪੜ੍ਹਾਈ ਦਾ ਬੋਝ ਬਹੁਤ ਹੈ, ਸੌਖਾ ਹੀ ਬਹਾਨਾ ਹੈ। ਅਸੀਂ ਵੀ ਪੜ੍ਹਦੇ ਹਾਂ, ਗੁਰੂ ਸਾਹਿਬ ਕਿਰਪਾ ਕਰਕੇ ਪੜ੍ਹਾਉਂਦੇ ਆ, ਬਾਣੀ ਵੀ ਪੜ੍ਹੀ ਦੀ ਹੈ, ਇਤਿਹਾਸ ਵੀ ਪੜ੍ਹੀ ਦਾ ਹੈ, ਕੋਈ ਚੰਗਾ ਲੇਖਕ ਦੀ ਲਿਖਤ ਮਿਲੇ ਉਹ ਪੜ੍ਹੀ ਦੀ ਹੈ। ਬੜੀ ਗੁਰੂ ਦੀ ਕਿਰਪਾ, ਅੱਜ ਤੱਕ ਮਹਾਰਾਜ ਪੜ੍ਹਾ ਰਹੇ ਨੇ। ਤੇ 7 ਸਾਲ ਦੀ ਉਮਰ 'ਚ ਕੀ ਹੋ ਜਾਂਦਾ ਮੈਂ ਦੱਸਣਾ ਹੈ। ਜਦੋਂ ਪਹਿਲਾਂ ਟੀਵੀ ਆਏ ਨਾ, ਅੱਜ ਤੋਂ 20-25 ਸਾਲ ਪਹਿਲਾਂ, ਜਦੋਂ ਟੈਲੀਵਿਜ਼ਨ ਖਰੀਦਣ ਜਾਣਾ ਤੇ ਉਸ ਵੇਲੇ ਦੁਕਾਨਦਾਰ ਨੇ ਕਹਿਣਾ, ਭਾਈ 10 ਫੁੱਟ ਘੱਟੋ ਘੱਟ ਦੂਰ ਰੱਖਿਓ, ਨਿਗਾਹ ਤੇ ਅਸਰ ਪਾਊ। ਹੁਣ ਤੇ 10 ਇੰਚ ਦੂਰ ਨਹੀਂ ਹੈ। ਰਾਤ ਨੂੰ ਨਿਆਣਾ ਨਾਲ ਪਿਆ, ਮੂੰਹ ਤੇ ਕੰਬਲ ਲਿਆ, ਜੋ ਮਰਜ਼ੀ ਕਰੀ ਜਾਵੇ, ਦੀਦਾ ਕੁਛ। ਨਿਗਾਹ ਕੀ ਕਰੇ? ਇਹ ਚੀਜ਼ ਇੰਨੀ ਸੌਖੀ ਕੀਤੀ। ਪਹਿਲਾਂ 5 ਸੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੁਣ 5 ਹੋਰ ਨੇ। WhatsApp ਹੈ, Facebook ਹੈ, Instagram ਹੈ, Twitter ਹੈ, YouTube ਹੈ। ਛੱਡਦਾ ਹੀ ਨਹੀਂ। ਆਖੋ ਸਤਨਾਮ ਵਾਹਿਗੁਰੂ ਜੀ। 10 ਹੋ ਗਏ। 5 ਪਹਿਲੇ 5 ਆ, 10 ਹੋ ਗਏ। ਖਹਿੜਾ ਤੇ 5 ਤੋਂ ਛਡਾਉਣਾ ਔਖਾ ਸੀ, ਹੁਣ 10 ਤੋਂ ਕਿਵੇਂ ਛੁੱਟੇ? ਕਿਵੇਂ ਛੁੱਟੇ? ਪੁਰਾਣੇ ਸਮਿਆਂ 'ਚ ਜੇ ਕਿਸੇ ਦੇ ਘਰ ਪ੍ਰਾਹੁਣੇ ਨੇ ਆਉਣਾ ਨਾ, ਜਵਾਈ ਨੇ, ਠੀਕ ਹੈ ਹਾਸਾ ਆਉਂਦਾ, ਪਰ ਕਦੇ ਵਿਚਾਰ ਕਰਕੇ ਦੇਖਿਆ ਜੇ, ਜਿੱਦਣ ਘਰ 'ਚ ਜਵਾਈ ਨੇ, ਪ੍ਰਾਹੁਣੇ ਨੇ ਆਉਣਾ, ਬੀਬੀਆਂ ਨੂੰ ਚਾਹ ਚੜ ਜਾਣਾ, ਸ਼ੱਕਰ ਘੇਰ ਲਾਓ ਜੀ, ਪਨੀਰ ਬਣਾਓ ਜੀ, ਸੇਵਾ ਕਰੋ। ਹੁਣ ਇੱਕੋ ਹੀ ਸੇਵਾ ਹੈ ਵੀ ਪ੍ਰਾਹੁਣੇ ਦਾ ਸੋਫਾ ਚਾਰਜਰ ਦੇ ਲਾਗੇ ਢਾ ਦਿਓ। ਆਖੋ ਸਤਨਾਮ ਵਾਹਿਗੁਰੂ ਜੀ। ਨਾਲੇ ਸਿੱਧਾ ਹੀ ਚਾਰਜਰ ਫਸਾਈ ਰੱਖੇ, ਨਾਲੇ WhatsApp ਚਲਾਈ ਜਾਵੇ। ਆਹੀ ਸੇਵਾ ਹੈ। ਸ਼ੱਕਰ ਘੇ ਦਿਓ ਨਾ ਦਿਓ ਵੱਖਰੀ ਗੱਲ। ਕਿਤੇ ਸਫ਼ਰ 'ਚ ਜਾਣਾ, ਇਹ ਫਿਕਰ ਨਹੀਂ ਹੈ ਵੀ ਗੁਟਕਾ ਸਾਹਿਬ ਲੈ ਲਿਆ ਕੋਲ ਕਿ ਨਹੀਂ। ਆਪਾਂ 10 ਦਿਨ ਕਿਤੇ ਰਹਿਣਾ, ਭਾਈ ਨਿਤਨੇਮ ਦੀ ਪੋਥੀ ਸਾਹਿਬ ਲਈ ਨਹੀਂ। ਫਿਕਰ ਪਤਾ ਕੀ ਹੁੰਦਾ? ਪਾਵਰ ਬੈਂਕ ਰੱਖ ਲਈ, ਚਾਰਜਰ ਰੱਖ ਲਿਆ। ਵੱਧ ਫਿਕਰ ਉਹਦਾ ਹੈ
ਗੁਰਬਾਣੀ ਦਾ ਨਹੀਂ ਹੈ। ਤੇ ਜਿੰਨਾ ਮਰਜੀ ਗੁਰਮਤਿ ਸਮਾਗਮ ਕਰਾ ਲਈਏ, ਜਿੰਨੇ ਮਰਜੀ ਫੇਸਬੁੱਕ ਤੇ ਅੱਜ ਸਾਰਿਆਂ ਨੇ ਵਧਾਈਆਂ ਪਾਈਆਂ ਗੁਰੂ ਰਾਮਦਾਸ ਮਹਾਰਾਜ ਜੀ ਦੀ, ਅਸਰ ਕਿੰਨਾ ਕੁ ਹੈ? ਗੁਰੂ ਰਾਮਦਾਸ ਮਹਾਰਾਜ ਦੀ ਨਿਮਰਤਾ ਉੱਥੇ ਤੱਕ ਹੀ ਆ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਕਹਿੰਦੇ ਨਹੀਂ ਧੀਏ ਅੱਜ ਤੂੰ ਆਪਣੇ ਪੇਕੇ ਘਰ ਮਿਲਣੀ ਕਰਨ ਨਹੀਂ ਜਾਣਾ, ਅੱਜ ਇੱਕ ਟੁੱਟੇ ਨੂੰ ਜੋੜਨ ਵਾਸਤੇ ਜਾਣਾ ਹੈ। ਲੈ ਕੇ ਗਏ ਬੀਬੀ ਅਮਰੋ, ਡਿਓੜੀ 'ਚ ਜਾ ਕੇ ਖੜੇ ਕਰਤੇ ਵੀ ਰੁਕੋ, ਪਹਿਲਾਂ ਗੁਰੂ ਪਿਤਾ ਜੀ ਤੋਂ ਆਗਿਆ ਲੈ ਲਵਾਂ। ਅੰਦਰ ਗਏ, ਉਧਰ ਗੁਰੂ ਅਮਰਦਾਸ ਮਹਾਰਾਜ ਦੇ ਮਨ 'ਚ ਫੁਰਨਾ ਆ ਗਿਆ, ਜੇ ਗੁਰੂ ਅੰਗਦ ਦੇ ਮਹਾਰਾਜ ਪੂਰੇ ਆ ਤੇ ਮੈਨੂੰ ਆਪ ਲੈਣ ਆਉਣ, ਮੈਂ ਮੰਨ ਜਾਵਾਂਗਾ। ਉਧਰ ਬੀਬੀ ਅਮਰੋ ਨੇ ਜਾ ਕੇ ਬੇਨਤੀ ਕੀਤੀ, ਗੁਰੂ ਪਿਤਾ ਜੀ ਆਏ ਨੇ ਬਾਹਰ, ਅੰਦਰ ਲੈ ਆਵਾਂ? ਮਹਾਰਾਜ ਕਹਿੰਦੇ ਸਾਡਾ ਕੁੜਮ ਹੈ, ਬਾਹਰ ਖੜਾ ਕਰਕੇ ਆਈ ਹੈ, ਮੈਂ ਚੱਲ ਆਪ ਲੈਣ ਚੱਲ। ਲੈਣ ਆਏ, ਪਹਿਲੇ ਵਾਂਗ ਗੁਰੂ ਅੰਗਦ ਦੇ ਮਹਾਰਾਜ ਗੋਡਿਆਂ ਵੱਲ ਨੂੰ ਹੱਥ ਲਗਾਏ ਗੁਰੂ ਅਮਰਦਾਸ ਜੀ ਦੇ, ਵੀ ਮੇਰਾ ਕੁੜਮ ਹੈ, ਮੁੰਡੇ ਦਾ ਤਾਇਆ ਹੈ। ਅੱਜ ਗੁਰੂ ਅਮਰਦਾਸ ਮਹਾਰਾਜ ਨੇ ਉਹ ਹੱਥ ਜਿਹੜੇ ਗੋਡਿਆਂ ਵੱਲ ਨੂੰ ਜਾਂਦੇ ਸੀ, ਉਹ ਹੱਥ ਫੜ ਕੇ ਤੇ ਆਪਣੇ ਸਿਰ ਤੇ ਰੱਖ ਲਏ। ਕਹਿੰਦੇ ਅੱਜ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਅੱਜ ਮੈਂ ਇੱਕ ਸੇਵਕ ਬਣ ਕੇ ਆਇਆ। ਕੁੜਮਾਚਾਰੀ ਹੈ, ਬੜਾ ਔਖਾ ਹੁੰਦਾ ਨੀਵੇਂ ਹੋਣਾ। ਚਰਨਾਂ 'ਚ ਬਹਿ ਗਏ, ਲੰਗਰ ਦਾ ਸੱਦਾ ਆ ਗਿਆ, ਮਹਾਰਾਜ ਲੰਗਰ ਤਿਆਰ ਹੈ। ਇੱਕ ਪੰਗਤ ਵਿੱਚ ਗੁਰੂ ਅੰਗਦ ਦੇ ਮਹਾਰਾਜ ਸਾਹਮਣੇ ਦੀ 'ਚ ਗੁਰੂ ਅਮਰਦਾਸ ਜੀ, ਦੂਜਾ ਫੁਰਨਾ ਉਦੋਂ ਆ ਗਿਆ ਵੀ ਪਹਿਲਾ ਫੁਰਨਾ ਤੇ ਮਹਾਰਾਜ ਨੇ ਬੁੱਝ ਲਿਆ, ਹੁਣ ਜੇ ਦੂਜਾ ਫੁਰਨਾ ਬੁੱਝ ਲੈਣਾ, ਅੱਜ ਤੋਂ ਬਾਅਦ ਤਨ ਵੀ ਮਨ ਵੀ ਧਨ ਵੀ ਸਭ ਕੁਝ ਗੁਰੂ ਦਾ। ਫੁਰਨਾ ਕੀ ਫੁਰਿਆ ਕਿ ਆਪਣੀ ਥਾਲੀ ਮੇਰੇ ਅੱਗੇ ਰਖਾਉਣ ਤੇ ਮੇਰੀ ਆਪਣੇ ਅੱਗੇ ਰੱਖਣ। ਜਦੋਂ ਸਾਰਿਆਂ ਨੂੰ ਭੋਜਨ ਵਰਤ ਗਿਆ, ਮਹਾਰਾਜ ਨੇ ਹਜ਼ੂਰੀ ਸੇਵਾਦਾਰ ਨੂੰ ਕਿਹਾ, ਗੁਰੂ ਅੰਗਦ ਦੇ ਮਹਾਰਾਜ ਨੇ, ਕਹਿੰਦੇ ਭਾਈ ਸਿੱਖਾ ਸਾਡੀ ਅੱਜ ਪਰਖ ਦਾ ਦਿਨ ਹੈ, ਸਾਡੀ ਅੱਜ ਪਰਖ ਦਾ ਦਿਨ ਹੈ। ਉਹ ਸੰਗਤ ਦਾ ਨਵਾਂ ਆਇਆ ਸਰੀਰ ਜਿਹੜਾ ਸਾਡੇ ਸਾਹਮਣੇ ਬੈਠਾ ਹੈ, ਮੇਰਾ ਥਾਲਾ ਚੁੱਕ ਉਹਦੇ ਅੱਗੇ ਰੱਖ ਦੇ, ਉਹਦਾ ਮੇਰੇ ਅੱਗੇ ਰੱਖ ਦੇ। ਬਸ ਉਹ ਦਿਨ ਤੋਂ ਬਾਅਦ 12 ਸਾਲ ਨਾ ਮੀਂਹ ਵੇਖਿਆ, ਨਾ ਹਨੇਰੀ ਵੇਖੀ, ਨਾ ਝੱਖੜ ਵੇਖਿਆ, ਨਾ ਧੁੱਪ, ਨਾ ਛਾਂ, ਨਾ ਗਰਮੀ, ਨਾ ਸਰਦੀ। 12 ਸਾਲ ਨਿਰੰਤਰ ਗਾਗਰ ਢੋਣ ਦੀ ਸੇਵਾ। ਨਾਗੇ ਦੀ ਗੱਲ ਦੂਰ ਦੀ ਹੈ, ਇੱਕ ਦਿਨ ਵੀ ਸਮੇਂ ਤੋਂ ਲੇਟ ਨਹੀਂ ਹੋਏ ਤੇ ਜਿੰਨਾ ਚਿਰ ਸੇਵਾ ਕੀਤੀ ਆਸਣ ਧਰਤੀ ਤੇ ਰੱਖਿਆ। ਸੇਵਾਦਾਰਾਂ ਨੇ ਕਹਿਣਾ, ਬਾਬਾ ਜੀ ਪਲੰਗ ਤੇ ਆਰਾਮ ਕਰਿਆ ਕਰੋ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸੋਹਣਾ ਪਲੰਗ ਮੇਰਾ ਅੰਮ੍ਰਿਤ ਵੇਲਾ ਨਾ ਖੋਲਵੇ, ਮੇਰੇ ਗੁਰੂ ਦੀ ਸੇਵਾ ਨਾ ਖੋਲਵੇ। ਤੇ ਮਾਰੋ ਤੱਕ ਆਪਣੇ ਅੰਦਰ ਝਾਤੀ, ਜਿੰਨੇ ਆਪਾਂ ਬੈਠੇ ਆ, ਇੱਕ ਦੂਜੇ ਨੂੰ ਨਹੀਂ, ਆਪਣੇ ਅੰਦਰ ਨੂੰ ਪੁੱਛੋ, ਤੂੰ ਸਵੇਰੇ ਜਪਜੀ ਸਾਹਿਬ ਪੜਿਆ? ਲਓ ਮੈਂ ਦਾਅਵੇ ਨਾਲ ਕਹਿਣਾ ਮਹਾਰਾਜ ਦੀ ਹਜ਼ੂਰੀ 'ਚ ਕਿ ਰੱਬ ਨੇ ਸਾਡੇ ਤੁਹਾਡੇ ਅੰਦਰ ਇੱਕ ਐਸਾ ਸੈਂਸਰ ਲਾਇਆ ਹੈ ਜਿਹੜਾ ਕਦੇ ਝੂਠ ਨਹੀਂ ਬੋਲਦਾ। ਆਖੋ ਸਤਨਾਮ ਵਾਹਿਗੁਰੂ ਜੀ। ਹਾਂ ਤੁਸੀਂ ਮੈਨੂੰ ਪੁੱਛੋ ਬਾਣੀ ਪੜ੍ਹੀ ਹੈ, ਮੈਂ ਕਹਿ ਦੂੰ ਮੈਂ ਤਾਂ ਮੇਰੇ ਜਿੰਨੀ ਕੌਣ ਪੜ੍ਹਦਾ। ਆਪਾਂ ਝੂਠ ਬੋਲ ਲਾਂਗੇ, ਪਰ ਜਦੋਂ ਤੁਸੀਂ ਆਪਣੇ ਅੰਦਰ ਨੂੰ ਪੁੱਛੋਗੇ ਵੀ ਭਾਈ ਸਿੱਖਾ ਸਵੇਰੇ ਜਪਜੀ ਸਾਹਿਬ ਪੜਿਆ, ਉਹ ਪ੍ਰਮਾਤਮਾ ਦਾ ਲਾਇਆ ਸੈਂਸਰ ਕਦੇ ਝੂਠ ਨਹੀਂ ਬੋਲਦਾ। ਤੂੰ ਮਾੜਾ ਕੰਮ ਕਰਨ ਲੱਗੇ ਹੋ ਤਾਂ ਵੀ ਬੋਲਦਾ, ਤੂੰ ਕਿਸੇ ਨਾਲ ਕਿਸੇ ਦਾ ਹੱਕ ਮਾਰਨ ਲੱਗੇ ਹੋ ਤਾਂ ਵੀ ਬੋਲਦਾ, ਪਰ ਨਾਲ ਚਤਰਾਈ ਆ ਕੇ ਘੇਰ ਲੈਂਦੀ ਹੈ। ਚੱਲ ਕਿਹੜਾ ਕਿਸੇ ਨੂੰ ਪਤਾ ਲੱਗਦਾ। ਆਖੋ ਸਤਨਾਮ ਵਾਹਿਗੁਰੂ ਜੀ। ਪਰ ਲੇਖਾ ਉਹਨੇ ਹੀ ਲੈਣਾ ਜਿਹੜਾ ਅੰਦਰੋਂ ਕਹਿੰਦਾ ਨਾ ਕਰ। ਅੰਦਰ ਹੀ ਬੈਠਾ ਹੈ, ਬਾਹਰ ਨਹੀਂ ਹੈ। ਹੁਣ ਜਦੋਂ ਗੁਰੂ ਅਮਰਦਾਸ ਮਹਾਰਾਜ 12 ਸਾਲ ਸੇਵਾ ਕਰਦੇ ਕਰਦੇ ਗੁਰੂ ਘਰ ਦੇ ਚਾਕਰ ਬਣ ਕੇ ਸੇਵਾ ਕੀਤੀ, ਗੁਰੂ ਨਾਨਕ ਬਣ ਗਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ 'ਚ 2 ਧੀਆਂ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ, 2 ਪੁੱਤਰ, ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ। ਬਾਬਾ ਮੋਹਣ ਜੀ ਜਿਨ੍ਹਾਂ ਨੂੰ ਬਾਬਾ ਸ਼੍ਰੀ ਚੰਦ ਜੀ ਨੂੰ ਭੇਟ ਕੀਤਾ ਗੁਰੂ ਅਮਰਦਾਸ ਜੀ ਨੇ, ਤੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਗੁਰਬਾਣੀ ਦੀਆਂ ਪੋਥੀਆਂ ਆਪਣੇ ਕੋਲ ਸੰਭਾਲ ਕੇ ਰੱਖੀਆਂ।
ਬਾਬਾ ਸ਼੍ਰੀ ਚੰਦ ਜੀ ਨੇ ਬਖਸ਼ੀਆਂ ਸੀ ਵੀ ਸਾਡੇ ਪਿਤਾ ਦੀ ਬਾਣੀ ਹੈ, ਕੋਈ ਸਮਾਂ ਆਏਗਾ ਇਹ ਬਾਣੀ ਦਾ ਜਹਾਜ਼ ਤਿਆਰ ਹੋਣਾ ਹੈ। ਤੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਬਾਬਾ ਮੋਹਨ ਜੀ ਨੇ ਚੁਬਾਰੇ ਦੇ ਵਿੱਚ ਉਹ ਪੋਥੀ ਸਾਹਿਬ ਦਾ ਸਤਿਕਾਰ। ਅੱਜ ਤੁਸੀਂ ਵੇਖੋ ਅੰਮ੍ਰਿਤ ਵੇਲੇ ਜਦੋਂ ਗੁਰੂ ਸਾਹਿਬ ਪਾਲਕੀ ਸਾਹਿਬ ਵਿੱਚ ਬਿਰਾਜਮਾਨ ਹੋ ਕੇ ਕੋਠਾ ਸਾਹਿਬ ਤੋਂ ਹਰਮੰਦਰ ਸਾਹਿਬ ਤੱਕ ਆਉਂਦੇ ਐ, ਇਹ ਸਭ ਤੋਂ ਪਹਿਲਾਂ ਗੁਰਬਾਣੀ ਪਾਲਕੀ ਸਾਹਿਬ 'ਚ ਗੋਇੰਦਵਾਲ ਸਾਹਿਬ ਤੋਂ ਹਰਮੰਦਰ ਸਾਹਿਬ ਤੱਕ ਆਈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਮੰਗਵਾਈਆਂ, ਕਿਉਂਕਿ ਮੰਗ ਕੀਤੀ ਸੀ। ਬਾਬਾ ਮੋਹਨ ਜੀ ਜਿਨ੍ਹਾਂ ਕੋਲ ਗੁਰਬਾਣੀ ਦੀਆਂ ਪੋਥੀਆਂ, ਗੁਰੂ ਅਮਰਦਾਸ ਮਹਾਰਾਜ ਜੀ ਦੇ ਸੁਪੁੱਤਰ ਤੇ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦਾ ਨਗਰ ਹੈ ਪ੍ਰਕਾਸ਼ ਭੂਮੀ ਹੈ ਬਾਸਰ ਕੇ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਨਕਾ ਪਿੰਡ ਹੈ ਬਾਸਰ ਕੇ। ਕੜੀ ਜੁੜਦੀ ਕਿੱਦਾਂ ਹੈ? ਮੈਂ ਤਾਂ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਬੇਨਤੀ ਕੀਤੀ ਹੈ। ਹੁਣ ਜਦੋਂ ਬਚਪਨ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚੌਥੀ ਜੋਤ ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਸਤਿਗੁਰੂ, ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਬਚਪਨ ਦੇ ਵਿੱਚ ਸਿਰ ਤੋਂ ਹੱਥ ਉੱਠ ਗਿਆ। ਚਾਹੀਦਾ ਸੀ ਚਾਚੇ ਤਾਏ ਸਾਂਭਣ, ਚਾਹੀਦਾ ਸੀ ਚਾਚੇ ਤਾਏ ਆਸਰਾ ਦੇਣ, ਪਰ ਗੁਰਬਾਣੀ ਦਾ ਫਰਮਾਨ ਹੈ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਭੇ ਭੱਜ ਖਲੇ ਸਭੋ ਭੱਜੇ ਆਸਰਾ, ਚੂਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਬਾਓ। ਚਾਹੀਦਾ ਤੇ ਚਾਚਿਆਂ ਤਾਇਆਂ ਨੂੰ ਸੀ ਕਿ ਇਹ ਕਹਿੰਦੇ ਕਿ ਜੇ ਇਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਅਸੀਂ ਇਹਨਾਂ ਦੇ ਚਾਚੇ ਚਾਚੀਆਂ ਤਾਏ ਤਾਈਆਂ ਅਸੀਂ ਇਹਨਾਂ ਦੀ ਪਾਲਣਾ ਕਰਾਂਗੇ। ਦੋ ਭਰਾ ਇੱਕ ਭੈਣ ਧੰਨ ਗੁਰੂ ਰਾਮਦਾਸ ਮਹਾਰਾਜ, ਪਰ ਨਹੀਂ, ਜਵਾਬ ਦੇਤਾ ਅਸੀਂ ਨਹੀਂ ਸੰਭਾਲ ਸਕਦੇ। ਤੇ ਗੁਰਬਾਣੀ ਦੀਆਂ ਪੰਕਤੀਆਂ ਸੱਚ ਹੋਈਆਂ, ਰਹਿਣੀਆਂ ਵੀ ਸੱਚ ਹੈ। ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ। ਬੋਲੋ ਬਈ। ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ। ਹਾਂ ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, 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 ਲਾਗੂ ਸਭ ਦੁਸ਼ਮਣ ਹੋ ਗਏ। ਭੈਣਾਂ ਤੇ ਭਾਈ ਜੀ, 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 ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ। ਨਾ ਕੋ ਮੁਸ਼ਕਲ ਅਤ ਬਣੇ ਕੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ
लागू होए दुश्मन हंसा कपे भज खले सबो बच्चे आसरा सबो बच्चे आसरा चूके सब असरा चित आवे उस पार ब्रह्म चित आवे उस पार ब्रह्म लगे न तत्तीवा जाको मुश्किल अत बने जदों मुश्किल पै जाए अपने भी बगाने हो जाते हैं अपने भी साथ छड़ देंगे हैं चाचियां ताया ने यह नहीं कहा असीं पालांगे असीं रखांगे नानी मां नूं कहिंदे अपने नाल अपने पिंड बासर के लै जाओ बासर के आए इन्नी अमीर नानी भी है नहीं भी जिहड़ी बैठिया नूं छकावे इन्ना पैसा नहीं सी कि बच्चे पाल सके बिना कमाई कीतियां धन धन गुरु रामदास साहब सच्चे पातशाह जी ने कोई संग नहीं कीती कोई शर्म नहीं कीती घुंगणियां अवाल के ते छावड़ी च पा के ते बेचण जाणियां हुक्का दे के बेचनियां दो काम नहीं छड्डे महाराज ने एक गुरु का नितनेम दूजा दसा नौहां दी किरत किसे को मंग के नहीं खादा किसे तो नहीं मंगिया किसे अगे हथ नहीं अड्डिया ते प्यारे मंगते तो आपां सारे ही हैं असीं लाइटां ते खड़ियां नूं मंगते कहीदा है उन्होंने 5 रुपये दे दो उन्होंने 2 रुपये दे दो चाहे उतों सही पर असीस दे के जाते हैं असीं कहने मंगता है महाराज कहते वो 2 लैके भी असीस दे दिंदा है वो 5 लैके भी असीस दे दिंदा है असीं वड्डे मंगते हैं असीं मंग के भी अंदर वड़ के मंग लैने हैं मुड़ के शुकराना भी नहीं करते आखो सतनाम वाहिगुरु जी असीं करोड़ा मंगते हैं महाराज मुंडा बाहर भेज दिओ महाराज इहनूं पक्का कर दो महाराज नूह आ जे महाराज पोता आ जे महाराज कुर्सी मिल जे मंगते तो सारे ही हैं जगत भिखारी फिरत है सबको दाता ते जिथे जगत शब्द आ गया ते सारे विच ही हैं आपां दाता कौन है इत्थे दानी कौन है केवल अकाल पुरख ते जिहड़ा आपां कहने ना कई बारी गुरुद्वारे मैं 5000 दान कीता मैं 50,000 दान कीता तू कौन है गुरु नूं दान करन वाला कर सकदा है दान ओनू करीदा जिहड़ा अपने तो गरीब होवे मैं बहुत गुरु घरां 'च बेनती करदा हुन्ना तुहानू भी करदा है कि जदों गुरु घरां दी सेवावां चलदियां ने ओहदे विच जदों संगत सेवा दिंदी है पत्थर ते ना लिखाया करो दानी सज्जणा दी सूची गुरु घर नूं दान देण वाला कोई नहीं मैं फिर बेनती करदा दान गरीब नूं देईदा है ते गुरु घर च दान देण वाला असीं राजे हां असीं तां उत्थों मंगना है ओहदे दित्ते चों ही ओहनूं अर्पण करना है आखो सतनाम वाहिगुरु जी ते प्यारिओ धन गुरु रामदास साहब सच्चे पातशाह जी ने घुंगणियां वेचियां घुंगणियां वेचदियां एक दिन कन्नां 'च आवाज पई
ਕਿ ਬਾਸਰ ਕੇ ਪਿੰਡ ਦੀ ਧਰਤੀ ਤੋਂ ਜਥਾ ਜਾ ਰਿਹਾ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ। ਨਾਨੀ ਮਾਂ ਆਪਾਂ ਵੀ ਗੁਰੂ ਸਾਹਿਬ ਦੇ ਦੀਦਾਰ ਕਰਨ ਚੱਲੀਏ। ਪਰਿਵਾਰ ਸਮੇਤ ਉਸ ਜਥੇ ਨਾਲ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ, ਇਤਿਹਾਸ ਦੇ ਬਚਨ ਨੇ 24 ਘੰਟਿਆਂ ਦੇ ਵਿੱਚੋਂ 2 ਟਾਈਮ ਮਹਾਰਾਜ ਨੇ ਸਤ ਸੰਗਤ ਦੇ ਵਿੱਚ ਬਹਿਣਾ, ਅੰਮ੍ਰਿਤ ਵੇਲੇ ਦੇ ਦੀਵਾਨ 'ਚ ਵੀ, ਸ਼ਾਮ ਦੇ ਦੀਵਾਨ 'ਚ ਵੀ। ਅੱਜ ਕੱਲ ਸਾਡਾ ਤਾਂ ਬਹਿਣ ਵਾਲਾ ਕੰਮ ਹੀ ਵਿਗੜ ਗਿਆ ਨਾ। ਮੋੜ ਤੇ ਖੜੇ ਹੋਈਏ ਭਾਵੇਂ 3 ਘੰਟੇ ਲੰਘ ਜਾਣ, ਨਾ ਭੁੱਖ ਨਾ ਪਿਆਸ ਨਾ ਗਰਮੀ। ਤੁਸੀਂ ਕਲਯੁਗ ਦਾ ਪ੍ਰਭਾਵ ਵੇਖੋ। ਜਦੋਂ ਤੁਸੀਂ ਗੁਰਦੁਆਰਾ ਸਾਹਿਬ ਆਓਗੇ, ਚਾਹ ਮੰਗਿਆ ਚਾਹ ਮਿਲਦੀ ਹੈ, ਪ੍ਰਸ਼ਾਦਾ ਚਾਹੋ ਪ੍ਰਸ਼ਾਦਾ ਮਿਲਦਾ ਹੈ, ਪਾਣੀ ਮਿਲਦਾ ਹੈ, ਸਭ ਕੁਝ ਮਿਲਦਾ, ਤਾਂ ਵੀ ਇੱਥੇ ਬਹਿਣਾ ਔਖਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਮੈਂ ਤਾਂ ਕਈ ਵਾਰੀ ਵਿਚਾਰ ਵੀਰ ਜੀ ਬੈਠੇ ਅਸੀਂ ਕਰੀਦੀ ਹੈ ਬਈ ਸਿੱਖਾਂ ਦੇ ਇੰਨੇ ਮਾੜੇ ਕਰਮ ਨੇ ਨਾ। ਮੈਂ ਮਾਫੀ ਮੰਗ ਕੇ ਬੇਨਤੀ ਕਰਦਾ, ਮੈਂ ਵੀ ਵਿੱਚ ਹੀ ਹਾਂ ਤੁਹਾਡੇ। ਅੱਜ ਦੇ ਸਿੱਖ ਨੂੰ ਗੁਰਦੁਆਰਾ ਸਾਹਿਬ 'ਚ ਹੁੰਦਾ ਨਿਤਨੇਮ ਵੀ ਕੌੜਾ ਲੱਗਦਾ। ਬਾਹਰਲੇ ਸਪੀਕਰ ਨਾ ਲਾਓ ਜੀ, ਪੰਚਾਇਤਾਂ ਹੋ ਜਾਂਦੀਆਂ, ਠਾਣੋ ਠਾਣੀ ਹੋ ਜਾਂਦੇ ਆ, ਸਿਰ ਪਾੜ ਦਿੰਦੇ। ਸਾਡਾ ਜੀ ਸਿਰ ਖਾਂਦੇ ਆ, ਮਰਾਂਗੇ ਨਾ ਫਿਰ। ਮਹਾਰਾਜ ਕਹਿੰਦੇ ਗਾਵਤ ਉਧਰੇ ਸੁਣਤੇ ਉਧਰੇ, ਬਿਨਸੇ ਪਾਪ ਕਨੇਰੇ। ਜੇ ਪੜ ਨਹੀਂ ਸਕਦੇ ਕਮ ਸੇ ਕਮ ਸੁਣ ਤੇ ਲਓ। ਜੇ ਪੜ ਨਹੀਂ ਸਕਦੇ ਸੁਣ ਤਾਂ ਲੈਣੀ ਚਾਹੀਦੀ ਹੈ ਬਾਣੀ। ਹਜੇ ਦੂਸਰੇ ਧਰਮ ਦਾ ਕੋਈ ਨਹੀਂ ਕਹਿੰਦਾ। ਤੁਹਾਡੇ ਪਿੰਡ 'ਚ ਬ੍ਰਾਹਮਣ ਵੀਰ ਵੀ ਹੋਣਗੇ, ਮੁਸਲਮਾਨ ਵੀਰ ਵੀ ਹੋਣਗੇ, ਮੀਰ ਆਲਮ ਵੀਰ ਵੀ ਹੋਣਗੇ। ਕੋਈ ਕਹਿੰਦਾ ਆ ਕੇ ਤੁਹਾਨੂੰ ਵੀ ਭਾਈ ਸਪੀਕਰ ਬੰਦ ਕਰ ਲਿਆ ਕਰ? ਸਾਡੇ ਦਾੜਿਆਂ ਵਾਲੇ ਕਹਿੰਦੇ ਆ, ਪੱਗਾਂ ਵਾਲੇ ਹੀ ਕਹਿੰਦੇ ਆ ਸਪੀਕਰ ਬੰਦ ਕਰੋ ਜੀ। ਜੇ ਸੁਣਨਾ ਆਪੇ ਗੁਰਦੁਆਰੇ ਆ ਜਾਓ। ਤੇ ਹੁਣ ਬਹੁਤੀ ਸੋਚ ਪਤਾ ਕੀ ਚੱਲਦੀ ਹੈ, ਧਿਆਨ ਦੇ ਕੇ ਸੁਣਿਓ। ਜੇ ਬਾਣੀ ਪੜ੍ਹਨੀ ਘਰ ਬਹਿ ਕੇ ਪੜ੍ਹ ਲੂ, ਗੁਰਦੁਆਰੇ ਲੈਣ ਕੀ ਜਾਣਾ? ਆਖੋ ਸਤਨਾਮ ਵਾਹਿਗੁਰੂ ਜੀ। ਛੱਡੋ ਪਰਾਂ, ਘਰ ਬਹਿ ਕੇ ਪੜ੍ਹ ਲਓ ਜਿੰਨੀ ਪੜ੍ਹ ਹੁੰਦੀ ਹੈ। ਤੇ ਮੈਂ ਫਿਰ ਤੁਹਾਨੂੰ ਇੱਕ ਬੇਨਤੀ ਕਰਦਾ, ਮੰਨੋਗੇ? ਬੱਚਿਆਂ ਨੂੰ ਕਾਲਜ ਕਾਹਤੋਂ ਭੇਜਦੇ ਹੋ? ਬੱਚਿਆਂ ਨੂੰ ਯੂਨੀਵਰਸਿਟੀਆਂ 'ਚ ਕਿਉਂ ਭੇਜਦੇ ਹੋ? ਕਿਤਾਬਾਂ ਤੇ ਮਾਈ ਹੀਰਾ ਗੇਟ ਤੋਂ ਮਿਲ ਜਾਂਦੀਆਂ, ਟਾਂਡੇ ਅੱਡਿਓ, ਜਲੰਧਰੋਂ ਲਿਆ ਕੇ ਘਰੇ ਪੜ੍ਹ ਲਓ। ਫਿਰ ਕਾਲਜ ਜਾਣ ਦੀ ਕੀ ਲੋੜ ਹੈ? ਯੂਨੀਵਰਸਿਟੀ ਜਾਣ ਦੀ ਕੀ ਲੋੜ ਹੈ? ਅਸੀਂ ਤਾਂ ਜਾਣੇ, ਸਾਨੂੰ ਪਤਾ ਉੱਥੇ ਗਏ ਬਿਨਾਂ ਸਾਨੂੰ ਡਿਗਰੀ ਨਹੀਂ ਮਿਲਣੀ। ਗੁਰਦੁਆਰੇ ਕਿਉਂ ਬਣੇ? ਕਦੇ ਵਿਚਾਰ ਕੀਤੀ ਹੈ? ਧਰਮਸ਼ਾਲਾ ਕਿਉਂ ਬਣੀਆਂ? ਗੁਰਦੁਆਰਾ ਸਾਹਿਬ ਇਸ ਕਰਕੇ ਨਹੀਂ ਬਣਿਆ ਵੀ ਮਹਾਰਾਜ ਦਾ ਪ੍ਰਕਾਸ਼ ਕਰ ਲਓ, ਭਾਈ ਜੀ ਸਵੇਰ ਨੂੰ 5 ਬਾਣੀਆਂ ਪੜਨ, ਰਾਤ ਨੂੰ ਰਹਿ ਰਾਤ ਸਭ ਕਰਨ। ਇਸ ਲਈ ਹੁੰਦਾ ਗੁਰਦੁਆਰਾ। ਵਿਚਾਰ ਕਰੋ ਕਦੇ ਵੀ ਗੁਰਦੁਆਰਾ ਸਾਹਿਬ ਕਿਉਂ ਬਣਾਉਣ ਦੀ ਲੋੜ ਪਈ, ਧਰਮਸ਼ਾਲਾ ਕਿਉਂ ਬਣੀਆਂ? ਕਦੇ ਕਰੋ ਵਿਚਾਰ। ਹੁਣ ਬਾਣੀ ਨੂੰ ਪੁੱਛੋ, ਮਹਾਰਾਜ ਗੁਰਦੁਆਰਾ ਸਾਹਿਬ ਕਿਉਂ ਬਣੇ, ਧਰਮਸ਼ਾਲਾ ਕਿਉਂ ਬਣੀਆਂ? ਜੇ 5 ਬਾਣੀਆਂ ਪੜਨ ਤੱਕ ਸੀਮਤ ਹੋ ਵੀ ਗੁਰਦੁਆਰਾ ਸਾਹਿਬ 'ਚ 5 ਬਾਣੀਆਂ ਹੀ ਪੜਨੀਆਂ, ਤੇ ਮੈਂ ਮਾਫੀ ਮੰਗ ਕੇ ਬੇਨਤੀ ਕਰਦਾ, ਫਿਰ ਤੇ ਸਿੱਖ ਨੂੰ ਘਰ ਘਰ ਵਿੱਚ ਹੁਕਮ ਹੈ ਵੀ 5 ਬਾਣੀਆਂ ਪੜਿਆ ਕਰ। ਘਰ ਘਰ ਵਿੱਚ ਹੁਕਮ ਹੈ ਵੀ 5 ਬਾਣੀਆਂ ਦਾ ਜਾਪ ਅੰਮ੍ਰਿਤ ਵੇਲੇ ਕਰਨਾ ਹੈ। ਫਿਰ ਗੁਰਦੁਆਰਾ ਸਾਹਿਬ ਕਿਉਂ ਬਣੇ? ਬਾਣੀ ਬਚਨ ਕਰਦੀ ਹੈ, ਗੁਰਦੁਆਰੇ ਹੋਏ ਸੋਝੀ ਪਾਏ ਸੀ। ਗੁਰਦੁਆਰਾ ਸਾਹਿਬ ਤਾਂ ਬਣੇ ਸੀ, ਪ੍ਰਚਾਰ ਦਾ ਕੋਈ ਦੂਜਾ ਢੰਗ ਨਹੀਂ ਸੀ ਵੀ ਇੱਥੇ ਇਕੱਠੇ ਹੋ ਕੇ ਬੈਠਿਆ ਕਰਨਗੇ, ਗੁਰੂ ਕੀ ਬਾਣੀ ਦੀ ਕਥਾ ਹੋਇਆ ਕਰੇਗੀ, ਇਹਨਾਂ ਨੂੰ ਸੋਝੀ ਪਿਆ ਕਰੇਗੀ ਕਿ ਗੁਰੂ ਸਾਹਿਬ ਬਾਣੀ 'ਚ ਫਰਮਾਉਂਦੇ ਕੀ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਗੁਰਦੁਆਰਾ ਸਾਹਿਬ ਤਾਂ ਬਣੇ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਫਿਰ 18 ਘੰਟੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਗੋਇੰਦਵਾਲ ਸਾਹਿਬ, 18 ਘੰਟੇ। ਤੇ ਸੇਵਾ ਕਿਹੜੀ ਕੀਤੀ? ਲੰਗਰ ਬਣਾਉਣ ਦੀ ਸੇਵਾ ਮਿਲੀ ਉਹ ਕੀਤੀ।
ਲੰਗਰ ਵਰਤਾਉਣ ਦੀ ਸੇਵਾ ਮਿਲੀ ਉਹ ਕੀਤੀ, ਜੋੜੇ ਝਾੜਨ ਦੀ ਸੇਵਾ ਮਿਲੀ ਉਹ ਕੀਤੀ, ਬਰਤਨ ਮਾਂਜਣ ਦੀ ਸੇਵਾ ਮਿਲੀ ਉਹ ਕੀਤੀ, ਝਾੜੂ ਫੇਰਨ ਦੀ ਸੇਵਾ ਮਿਲੀ ਉਹ ਕੀਤੀ, ਲੱਕੜਾਂ ਇਕੱਠੀਆਂ ਕਰਕੇ ਲਿਆਉਣ ਦੀ ਸੇਵਾ ਮਿਲ ਗਈ ਤੇ ਉਹ ਕਰ ਲਈ। ਸੇਵਾ ਹੁੰਦੀ ਉਹ ਹੈ ਜਿਹੜੀ ਦੇਖੋ ਤੇ ਕਰ ਲੋ, ਉਹ ਸੇਵਾ ਹੈ। ਜੋੜੇ ਝਾੜਨ ਦੀ ਸੇਵਾ, ਲੰਗਰ ਬਣਾਉਣ ਦੀ ਤੇ ਲੰਗਰ ਵਰਤਾਉਣ ਦੀ। ਅੱਜ ਅਸੀਂ ਤਾਂ ਸੇਵਾ ਕਰਕੇ ਰਾਜੀ ਨਹੀਂ, ਸਾਡੇ ਘਰਾਂ ਦੇ ਵਿੱਚ ਉੱਕਾ ਪੁੱਕਾ ਹੀ ਕੰਮ ਹੋ ਗਿਆ ਜੀ। ਲੰਗਰ ਬਣਾਉਣ ਹਲਵਾਈ, ਪਾਠ ਕਰਨ ਪਾਠੀ, ਕੀਰਤਨ ਕਰਨ ਰਾਗੀ, ਭਾਂਡੇ ਮਾਂਜਣ ਲਾਗੀ, ਅਸੀਂ ਪੱਗਾਂ ਹੀ ਸਵਾਰਨੀਆਂ 3 ਦਿਨ। ਆਖੋ ਸਤਨਾਮ ਵਾਹਿਗੁਰੂ ਜੀ। ਨਾ ਅਸੀਂ ਕੋਲ ਬਹਿ ਕੇ ਸੁਣਨਾ, ਨਾ ਅਸੀਂ ਸੇਵਾ ਕਰਨੀ। ਅੰਦਰ ਗੁਰੂ ਕਾ ਵਜ਼ੀਰ ਭਾਵੇਂ ਬਾਣੀ ਪੜੇ, ਅਸੀਂ ਚੌਂਕੇ 'ਚ ਬੈਠੇ ਹਾ 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 ਹੀ ਕਰੀ ਜਾਂਦੇ, ਕੋਈ ਮਤਲਬ ਨਹੀਂ ਵੀ ਬਾਣੀ ਘਰ 'ਚ ਪੜ ਹੋ ਰਹੀ। ਇਹ ਤਾਂ ਹਾਲਾਤ ਹੈ ਸਾਡੇ ਅੱਜ ਦੇ। ਜਿਹੜੇ ਪਿਆਰ ਕਰਦੇ ਐ, ਬਾਣੀ ਪੜ੍ਹਦੇ ਐ, ਸੁਣਦੇ ਐ, ਉਹਨਾਂ ਅੱਗੇ ਸਿਰ ਝੁਕਦਾ ਹੈ। ਪਰ 85-90% ਉਹ ਨੇ ਜਿਨ੍ਹਾਂ ਨੇ ਉੱਕਾ ਪੁੱਕਾ ਠੇਕਾ ਹੀ ਮਾਰਿਆ ਹੁੰਦਾ। ਤੇ ਮੈਂ ਇੱਕ ਬੇਨਤੀ ਹੋਰ ਕਰਾਂ, ਜਿਹੜਾ ਉੱਕੇ ਪੁੱਕੇ ਤੇ ਕੰਮ ਕਰਦੇ ਹੋ, ਸਾਨੂੰ ਨਹੀਂ ਪਤਾ ਜਲੇਬੀਆਂ ਕੱਢਣ ਵਾਲਾ ਬੀੜੀ ਪੀ ਕੇ ਅੰਦਰ ਆਇਆ, ਸਾਨੂੰ ਨਹੀਂ ਪਤਾ ਜਲੇਬੀਆਂ ਕੱਢਣ ਵਾਲਾ ਤੰਬਾਕੂ ਲਾ ਕੇ ਅੰਦਰ ਆਇਆ। ਪਤਾ ਤੁਹਾਨੂੰ? ਉਹੀ ਥਾਲਾ ਲਿਆ ਕੇ ਬਾਪੂ ਮੋਹਰੇ ਰੱਖਣਾ, ਭੋਗ ਲਾਓ। ਹੁੰਦੀ ਕਿ ਨਹੀਂ ਹੁੰਦੀ? ਜਿਹਨਾਂ ਤੋਂ ਉੱਕਾ ਪੁੱਕਾ ਬਣਵਾਇਆ ਤੁਸੀਂ ਲੰਗਰ, ਤੁਹਾਨੂੰ ਪਤਾ ਉਹ ਸੁਚਮਤਾੜੇ ਆ। ਮੈਂ ਇੱਕ ਬੇਨਤੀ ਤੁਹਾਨੂੰ ਕਰਦਾ, ਜਦੋਂ ਗੁਰੂ ਸਾਹਿਬ ਤੁਹਾਡੇ ਘਰਾਂ 'ਚ ਹੋਣ, ਮਹਾਰਾਜ ਵਾਸਤੇ ਵੱਖਰੇ ਪ੍ਰਸ਼ਾਦੇ ਹੱਥੀਂ ਬਣਾ ਕੇ ਭੋਗ ਲਵਾ ਲਿਆ ਕਰੋ। ਜਿੱਦਾਂ ਦੇ ਆਪ ਆ ਉਦਾਂ ਦਾ ਗੁਰੂ ਨੂੰ ਨਾ ਮਰਜ਼ਾਦਾ ਕੋਈ, ਨਾ ਭੈ ਕੋਈ। ਥਰਮੋਕੋਲ ਚ ਆਪ ਖਾਂਦੇ ਆ, ਥਰਮੋਕੋਲ ਹੀ ਬਾਬੇ ਮੋਹਰੇ ਲਿਆ ਕੇ ਰੱਖ ਦਿੰਦੇ ਆ ਭੋਗ ਲਾਉਣ ਲਈ। ਚੀਨੀ ਦੀਆਂ ਪਲੇਟਾਂ ਚ ਆਪ ਖਾਂਦੇ ਆ, ਚੀਨੀ ਦੀਆਂ ਪਲੇਟਾਂ ਚ ਥਰਮੋਕੋਲ ਦੀਆਂ ਕੌਲੀਆਂ ਰੱਖ ਕੇ ਇੱਥੇ ਭੋਗ ਲਵਾਉਣ ਨੂੰ ਮਹਾਰਾਜ ਅੱਗੇ ਥਾਲਾ। ਇਹ ਮਰਜ਼ਾਦਾ ਤੁਹਾਡੀ, ਇਹ ਮਰਜ਼ਾਦਾ ਸਤਿਕਾਰ ਹੈ ਗੁਰੂ ਦਾ। ਦਾਸ ਜਿੱਥੇ ਦੇਖਦਾ ਨਾ, ਮੈਂ ਤਾਂ ਚੁਕਾ ਦਿੰਦਾ ਹੁੰਦਾ, ਅਗਲੀ ਵਾਰ ਸੱਦੇ ਕੋਈ ਨਾ ਸੱਦੇ। ਵੀ ਕਮ ਸੇ ਕਮ ਘਰ 'ਚ ਵੱਖਰੇ ਬਰਤਨ ਤੇ ਰੱਖ ਲਓ ਮਹਾਰਾਜ ਨੂੰ ਭੋਗ ਲਵਾਉਣ ਲਈ। ਇਸ ਕਰਕੇ ਜਿੰਨਾ ਚਿਰ ਭੈ ਨਹੀਂ ਕਰੋਗੇ, ਮਾਰ ਪੈਂਦੀ ਆਈ ਹੈ, ਪੈਂਦੀ ਰਹਿਣੀ ਹੈ। ਜਿੰਨਾ ਸਤਿਕਾਰ ਗੁਰੂ ਦਾ ਕਰੋਗੇ, ਦੁਨੀਆ 'ਚ ਗੁਰੂ ਤੇ ਤੁਹਾਡਾ ਸਤਿਕਾਰ ਵੱਧ ਕਰਾ ਦਿੰਦਾ। ਇਹ ਚੇਤੇ ਰੱਖਿਓ। ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਨੇ ਘੁੰਗਣੀਆਂ ਵੀ ਵੇਚੀਆਂ, ਜਿਨ੍ਹਾਂ ਨੇ ਬਰਤਨ ਵੀ ਮਾਂਜੇ, ਜਿਨ੍ਹਾਂ ਨੇ ਜੋੜੇ ਵੀ ਝਾੜੇ, ਤੇ ਪਿਆਰੋ ਇੱਕ ਦਿਨ ਉਹ ਆ ਗਿਆ ਜਿੱਦਣ ਬੀਬੀ ਭਾਨੀ ਜੀ ਨੇ ਮਹਾਰਾਜ ਦਾ ਇਸ਼ਨਾਨ ਕਰਾਉਣਾ ਗੁਰੂ ਅਮਰਦਾਸ ਮਹਾਰਾਜ ਦਾ, ਤੇ ਇੱਕ ਦਿਨ ਪਾਵਾ ਟੁੱਟਾ, ਚਰਨ ਥੱਲੇ ਲਾਏ, ਚਰਨਾਂ 'ਚ ਵੱਜੀ ਮੇਖ ਤੇ ਖੂਨ ਵਗਿਆ ਪਾਣੀ 'ਚ। ਤੇ ਪਿਤਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਪੁੱਛਦੇ, ਧੀਏ ਪਾਣੀ 'ਚ ਖੂਨ ਆ ਰਿਹਾ। ਮਹਾਰਾਜ ਜੀ ਪਾਵਾ ਟੁੱਟਿਆ, ਚਰਨ ਲਾਤਾ ਥੱਲੇ, ਤੁਹਾਡੀ ਸਮਾਧੀ 'ਚ ਵਿਘਨ ਨਾ ਪਵੇ। ਮੇਖ ਵੱਜੀ, ਖੂਨ ਨਿਕਲਿਆ। ਗੁਰੂ ਸਾਹਿਬ ਕਹਿੰਦੇ, ਧੀਏ ਗੁਰੂ ਸੇਵਾ ਲਈ ਖੂਨ ਵਹਾਇਆ, ਮੰਗ ਕੀ ਚਾਹੀਦਾ ਹੈ? ਇੱਕੋ ਬੇਨਤੀ ਹੈ ਮਹਾਰਾਜ, ਜੇ ਤਰੁੱਠੇ ਹੋ, ਗੁਰੂ ਨਾਨਕ ਮਹਾਰਾਜ ਦੇ ਘਰ ਦੀ ਸੇਵਾ ਘਰ 'ਚ ਰਵੇ। ਆਖੋ ਸਤਨਾਮ ਵਾਹਿਗੁਰੂ ਜੀ। ਸਤ ਵਚਨ ਧੀਏ ਇਦਾਂ ਹੀ ਹੋਏ। ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਮਿਲੀ, ਤੇ ਜਿੱਦਣ ਗੱਦੀ ਤੇ ਬਰਾਜੇ ਨਾਲੇ ਅੱਖਾਂ 'ਚੋਂ ਹੰਝੂ। ਜਿੱਦਣ ਗੁਰੂ ਅਮਰਦਾਸ ਮਹਾਰਾਜ ਨੇ 5 ਪੈਸੇ ਨਾਰੀਅਲ ਰੱਖ ਕੇ ਪ੍ਰਕਰਮਾ ਕਰਕੇ ਮੱਥਾ ਟੇਕਿਆ, ਤੇ ਅੰਦਰੋਂ ਆਵਾਜ਼ ਆਈ ਗੁਰੂ ਰਾਮਦਾਸ ਮਹਾਰਾਜ ਦੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮਹਾਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੇ ਫਿਰ ਉਹ ਵਰ ਵੀ ਪੂਰਾ ਹੋਇਆ। ਮੈਂ ਸਮਾਪਤੀ ਕਰਾਂ। ਗੁਰੂ ਰਾਮਦਾਸ ਮਹਾਰਾਜ ਤੋਂ ਬਾਅਦ ਉਹਨਾਂ ਦੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਪੋਤਰੇ ਗੁਰੂ ਹਰਰਾਏ ਸਾਹਿਬ ਜੀ, ਉਹਨਾਂ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਰਿਸ਼ਤੇ 'ਚ ਲੱਗਦੇ ਦਾਦਾ ਜੀ
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਫਿਰ ਉਹਨਾਂ ਦੇ ਸੁਪੁੱਤਰ ਧੰਨ ਗੁਰੂ ਕਲਗੀਧਰ ਪਾਤਸ਼ਾਹ। ਉਹ ਕੀਤਾ ਹੋਇਆ ਬਚਨ ਕਿ ਗੁਰੂ ਨਾਨਕ ਦੇ ਘਰ ਦੀ ਸੇਵਾ ਘਰ 'ਚ ਰਵੇ, ਉਹ ਫਿਰ ਘਰ 'ਚ ਹੀ ਰਹੀ। ਆਖੋ ਸਤਨਾਮ ਵਾਹਿਗੁਰੂ ਜੀ। ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ। ਦੁਨੀਆ 'ਚ ਦੋ ਹੀ ਘਰ ਨੇ ਜਿੱਥੇ ਪੌੜੀਆਂ ਉਤਰ ਕੇ ਜਾਓਗੇ। ਸਭ ਥਾਂ ਤੇ ਪੌੜੀਆਂ ਚੜ੍ਹ ਕੇ ਦਰਸ਼ਨ ਕਰਦੇ ਹੋ। ਹਜੂਰ ਸਾਹਿਬ ਜੀ ਦੀ ਧਰਤੀ ਤੇ ਜਾਓ, ਪੌੜੀਆਂ ਚੜ੍ਹ ਕੇ ਜਾਓਗੇ। ਹੇਮਕੁੰਟ ਸਾਹਿਬ ਜਾਓ, ਚੜ੍ਹਾਈ ਤੇ ਜਾਓਗੇ। ਗੁਰੂ ਕੇ ਲਾਹੌਰ ਜਾਓ, ਪੌੜੀਆਂ ਚੜ੍ਹ ਕੇ ਜਾਓਗੇ। ਵਿਛੋੜਾ ਸਾਹਿਬ ਜਾਓ, ਪਰਿਵਾਰ ਵਿਛੋੜਾ ਸਾਹਿਬ। ਕੇਵਲ ਸ਼੍ਰੀ ਹਰਮੰਦਰ ਸਾਹਿਬ, ਸ਼੍ਰੀ ਹਰਮੰਦਰ ਤਰਨ ਤਾਰਨ ਸਾਹਿਬ, ਦੋ ਸਥਾਨ ਨੇ ਜਿੱਥੇ ਪੌੜੀਆਂ ਉਤਰ ਕੇ ਅੰਦਰ ਜਾਂਦੇ। ਦੋ ਹੀ ਸਥਾਨ। ਉੱਥੋਂ ਜਾਂਚ ਮਿਲਦੀ ਹੈ ਕਿ ਇੱਥੇ ਆਉਣ ਵਾਲਿਆ ਸਿੱਖਾ, ਮਨ 'ਚ ਹੰਗਤਾ ਲੈ ਕੇ ਨਾ ਆਈ, ਹੰਕਾਰ ਲੈ ਕੇ ਨਾ ਆਈ। ਜਦੋਂ ਗੁਰੂ ਰਾਮਦਾਸ ਦੇ ਘਰ ਆਉਣਾ ਹੈ, ਨੀਵਾਂ ਹੋ ਕੇ ਆਈ। ਜਦੋਂ ਬਾਬਾ ਸ਼੍ਰੀ ਚੰਦ ਆਏ, ਗੁਰੂ ਰਾਮਦਾਸ ਜੀ ਨੂੰ ਪੁੱਛਿਆ, ਰਾਮਦਾਸ ਜੀ ਤੁਹਾਡਾ ਦਾੜਾ ਬਹੁਤ ਲੰਮਾ ਹੈ। ਵੇਖੋ ਬਾਪੂ ਦੀ ਨਿਮਰਤਾ, ਜਿਹਦੀ ਯਾਦ ਵਿੱਚ ਪਿਆਰ ਵਿੱਚ ਬੈਠੇ, ਹੱਥ 'ਚ ਫੜਿਆ ਦਾੜਾ। ਬਾਬਾ ਜੀ ਤੁਹਾਡੇ ਵਰਗੇ ਸਤਿਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਧਾਇਆ ਹੈ। ਨਿਮਰਤਾ ਬਾਪੂ ਵਾਲੀ। ਇੱਥੇ ਮੈਂ ਤੁਹਾਡਾ ਦਾਸ ਹਾਂ, ਇੱਥੇ ਮੈਂ ਤੁਹਾਡਾ ਕੁੱਕਰ ਹਾਂ। ਮੈਨੂੰ ਉਹ ਗੇਟ ਤੋਂ ਬਾਹਰ ਕਹਿ ਦੋ ਕੁੱਤੇ ਵਾਂਗ ਭੌਂਕਦਾ ਹਟਿਆ। ਮੇਰੇ ਵਰਗਾ ਕੋਈ ਦੁਸ਼ਮਣ ਹੀ ਨਹੀਂ ਹੋਣਾ ਤੁਹਾਡੇ ਵਰਗਾ। ਸਿਰਫ ਸਟੇਜ ਤੇ ਮੇਰੀ ਨਿਮਰਤਾ ਹੈ, ਬਾਹਰ ਜਾ ਕੇ ਨਹੀਂ ਹੋਣੀ। ਪਰ ਸਿੱਖ ਦੇ ਕੋਲ ਸਦਾ ਨਿਮਰਤਾ ਹੋਵੇ। ਨਿਮਰਤਾ ਸਿੱਖ ਦਾ ਸਭ ਤੋਂ ਵੱਡਾ ਗਹਿਣਾ। ਹਾਂ, ਲੋੜ ਪੈਣ ਤੇ ਲੱਤਾਂ ਬਾਹਾਂ ਵੀ ਵੱਢ ਦਿਓ, ਕੋਈ ਗੱਲ ਨਹੀਂ, ਜਿਵੇਂ ਸਿੰਘੂ ਤੇ ਵੱਡੀਆਂ, ਕੋਈ ਗੱਲ ਨਹੀਂ। ਇਦਾਂ ਕਰਕੇ ਹੀ ਸੂਤ ਆਉਣਾ ਹੈ। ਹੁਣ ਕਈਆਂ ਨੂੰ ਕਤਲ ਚੇਤੇ ਆ ਗਿਆ। ਕਤਲ ਹੋ ਗਿਆ ਜੀ, ਕਤਲ ਹੋ ਗਿਆ ਜੀ। ਭਾਈ 6 ਮਹੀਨਿਆਂ ਤੋਂ ਲੋਕਤੰਤਰ ਹੀ ਦੇਖਦੇ ਸੀ, 6 ਸਾਲਾਂ ਤੋਂ, ਮਾਫ ਕਰਿਓ। ਤੁਹਾਨੂੰ ਪਤਾ ਹੈ 2015 ਤੋਂ ਲੈ ਕੇ 2021 ਤੱਕ ਕਿੰਨੀਆਂ ਬੇਅਦਬੀਆਂ ਹੋਈਆਂ? 250 ਤੋਂ ਵੱਧ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ 6 ਸਾਲਾਂ 'ਚ। ਇਹ ਪਾਗਲ ਹੈ ਜੀ, ਇਹਦਾ ਦਿਮਾਗ ਨਹੀਂ ਕੰਮ ਕਰਦਾ ਜੀ। ਪਾਗਲ ਹੈ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨੇ ਆ, ਗੱਡੀ ਥੱਲੇ ਆ ਕੇ ਮਰ ਜੇ, ਆਪਣੇ ਘਰਦਿਆਂ ਦਾ ਸਿਰ ਪਾੜ ਦੇਵੇ, ਕੋਠੇ ਚੜ ਕੇ ਥੱਲੇ ਛਾਲ ਮਾਰ ਦੇਵੇ, ਮਰੇ ਪਰਾਂ। ਉਹਨੂੰ ਗੁਰੂ ਸਾਹਿਬ ਦੇ ਅੰਗ ਪਾੜਨ ਦੀ ਤਾਂ ਜਾਂਚ ਬਹੁਤ ਹੈ, ਪੈਟਰੋਲ ਪਾ ਕੇ ਅੱਗ ਲਾਉਣ ਦੀ ਤਾਂ ਜਾਂਚ ਬੜੀ ਹੈ। ਤੇ ਜੇ ਇੱਕ ਅੱਧਾ ਹੁਣ ਸਿੰਘਾਂ ਨੇ ਮੂਲੀ ਵਾਂਗੂ ਝਟਕਦਾ, ਹੁਣ ਲੋਕਤੰਤਰ ਚੇਤੇ ਆ ਗਏ। ਇਸ ਕਰਕੇ ਪਿਆਰਿਓ, ਗੁਰੂ ਸਾਹਿਬ ਰਹਿਮਤ ਕਰਨ। ਬਲਬਲੇ ਬਹੁਤ ਹੁੰਦੇ ਆ, ਪਰ ਸਮੇਂ ਨੂੰ ਵੇਖ ਕੇ ਚੱਲਣਾ ਹੈ। ਫਿਰ ਮਹਾਰਾਜ ਸਮਾਂ ਬਖਸ਼ਣਗੇ, ਫਿਰ ਸਹੀ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਿਨਾਂ ਦੇ 487ਵੇਂ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ। ਬੋਲਦਿਆਂ ਵਿਚਾਰਾਂ ਕਰਦਿਆਂ ਇੱਕ ਨਹੀਂ, ਬੇਅੰਤ ਭੁੱਲਾਂ ਹੋਈਆਂ ਨੇ। ਗੁਰੂ ਸਾਹਿਬ, ਗੁਰੂ ਜੀ ਕੀ ਪਿਆਰੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਆਉਣ ਵਾਲਾ ਪ੍ਰੋਗਰਾਮ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਵੀਰ, ਤਿਨਾਂ ਤੋਂ ਬੜੇ ਪਿਆਰ ਵਿੱਚ ਸਰਵਣ ਕਰੋ। ਜੀ ਆਇਆਂ ਨੂੰ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰਾ, ਤਿਨਾਂ ਦੇ ਸਾਰੇ ਜਥੇ ਨੂੰ, ਸਾਰੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਜਨਾਂ ਦਾ ਧੰਨਵਾਦ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਹੜੇ ਤਰਸ ਕਰਕੇ ਸੇਵਾਵਾਂ ਲੈ ਰਹੇ ਨੇ। ਬੜੇ ਪਿਆਰ ਵਿੱਚ ਅਗਲਾ ਪ੍ਰੋਗਰਾਮ ਸਤਿਕਾਰ ਨਾਲ ਸਰਵਣ ਕਰੋ। ਹੋਈਆਂ ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।